ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 140 ਤੇ ਵਿਚਾਲੇ ਜੇ ਕਰਕੇ ਸ਼ਲੋਕ ਮਹਿਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵਹਿ ਮਾਨਸ ਤਿਨ ਕਿਉ ਨਿਰਮਲ ਚੀਤ। ਨਾਨਕ ਨਾਉ ਖੁਦ ਆਏ ਖਾ, ਦਿਲ ਹੱਛੈ ਮੁਖ ਲਿਹੋ। ਅਵਰ ਦਿਵਾਜੇ ਦੁਣੀ ਕੇ ਝੂਠੇ ਅਮਲ ਕਰਿਓ। ਰਤ ਲਹੂ ਨੂੰ ਕਹਿੰਦੇ, ਇਧਰ ਲਹੂ ਕਹਿੰਦੇ, ਪਾਕਿਸਤਾਨ ਰਤ ਕਹਿੰਦੇ। ਜੇ ਰਤ ਲੱਗੈ ਕੱਪੜਾ, ਜੇ ਕੱਪੜੇ ਨੂੰ ਲਹੂ ਲੱਗ ਜੇ, ਜਾਮਾ ਹੋਏ ਪਲੀਤ, ਤਾਂ ਜਿਹੜਾ ਸਾਡਾ ਪਹਿਰਾਵਾ ਹੈ, ਜਿਹੜੇ ਅਸੀਂ ਕੱਪੜੇ ਪਾਏ ਹੋਏ ਹਨ, ਪਲੀਤ ਹੁੰਦੇ ਗੰਦੇ, ਤਾਂ ਉਹ ਗੰਦੇ ਹੋ ਜਾਂਦੇ ਨੇ ਵੀ ਲਹੂ ਲੱਗ ਗਿਆ ਕੱਪੜੇ ਨੂੰ ਜੀ। ਜੋ ਰਤ ਪੀਵੇਂ ਮਾਨਸ, ਜੋ ਰਤ ਪੀਵੇਂ ਮਾਨਸ, ਜਿਹੜੇ ਲੋਕਾਂ ਦਾ ਲਹੂ ਪੀਂਦੇ ਨੇ, ਭਾਵ ਲੋਕਾਂ ਨੂੰ ਦੁਖੀ ਕਰਦੇ ਨੇ, ਤਿਨ ਕਿਉਂ ਨਿਰਮਲ ਚੀਤ, ਉਹਨਾਂ ਦਾ ਮਨ ਕਿਵੇਂ ਨਿਰਮਲ ਹੋ ਸਕਦਾ ਹੈ। ਕਹੇ ਜੇ ਲਹੂ ਕੱਪੜੇ ਲੱਗ ਜਾਏ ਤਾਂ ਆਪਾਂ ਕਹਿੰਦੇ ਜੀ ਕੱਪੜਾ ਖਰਾਬ ਹੋ ਗਿਆ, ਗੰਦਾ ਹੋ ਗਿਆ। ਅਤੇ ਜਿਹੜੇ ਲੋਕਾਂ ਦਾ ਖੂਨ ਪੀਂਦੇ ਨੇ, ਉਹਨਾਂ ਦਾ ਮਨ ਕਿਵੇਂ ਸਾਫ਼ ਹੋ ਸਕਦਾ ਹੈ। ਨਾਨਕ ਨਾਉ ਖੁਦਾਏ ਕਾ, ਦਿਲ ਹੱਛੈ ਮੁਖ ਲਿਹੋ। ਕਹਿੰਦੇ ਭਾਈ ਜੇ ਤੂੰ ਖੁਦਾ ਦਾ ਨਾਂ ਹੀ ਲੈਣਾ, ਜੇ ਰੱਬ ਦਾ ਨਾਂ ਲੈਣਾ, ਦਿਲ ਹੱਛੈ, ਦਿਲ ਸਾਫ਼ ਚਾਹੀਦਾ, ਫਿਰ ਮੂੰਹ ਨਾਲ ਨਾਮ ਜਪੋ। ਜੇ ਮਨ ਖੋਟਾ ਹੈ, ਮਨ ਸਾਫ਼ ਹੀ ਨਹੀਂ ਹੈ, ਫਿਰ ਕਿ ਨਾਮ ਜਪਣ ਦਾ ਵੀ ਕੀ ਫਾਇਦਾ। ਨਾਨਕ ਨਾਉ ਖੁਦਾਏ ਕਾ, ਦਿਲ ਹੱਛੈ ਮੁਖ ਲਿਓ। ਦਿਲ ਹੱਛਾ ਹੋਣਾ ਚਾਹੀਦਾ, ਦਿਲ ਸਾਫ਼ ਹੋਣਾ ਚਾਹੀਦਾ, ਮੂੰਹ ਨਾਲ ਫਿਰ ਖੁਦਾ ਦਾ ਨਾਮ ਜਪੋ। ਅਵਰ ਦਿਵਾਜੇ ਦੁਣੀ ਕੇ ਝੂਠੇ ਅਮਲ ਕਰਿਓ। ਦਿਵਾਜੇ ਦਾ ਵਿਖਾਵੇ, ਬਾਕੀ ਇਹ ਜਿੰਨੇ ਧਾਰਮਿਕ ਕਰਮ ਨੇ ਇਹ ਤਾਂ ਲੋਕ ਵਿਖਾਵੇ ਨੇ, ਵੀ ਲੋਕ ਕਹਿਣ ਹਾਂਜੀ ਪਾਠ ਕਰ ਰਿਹਾ, ਹਾਂਜੀ ਸਿਮਰਨ, ਹਾਂਜੀ ਗੁਰਦੁਆਰੇ ਜਾ ਰਿਹਾ ਹੈ। ਦਿਲ ਖੋਟੇ ਨੇ, ਮਨ ਦਾ ਖੋਟਾ। ਹੁਣ ਸੱਜਣ ਠੱਗ ਮਨ ਦਾ ਖੋਟਾ, ਪਰ ਉਂਝ ਧਾਰਮਿਕ ਕਰਮ ਕਰ ਰਿਹਾ ਵੀ। ਆਏਗੇ ਨੂੰ ਲੰਗਰ ਪਾਣੀ ਛਕਾਉਂਦਾ, ਆਏਗੇ ਨੂੰ ਦੇ ਰਹਿਣ ਲਈ ਕਮਰੇ ਪਾਏ ਹੋਏ ਨੇ, ਧਰਮਸ਼ਾਲਾਵਾਂ ਪਾਈਆਂ ਹੋਈਆਂ ਹਨ, ਪਰ ਰਾਤ ਨੂੰ ਲੁੱਟ ਲੈਂਦਾ ਹੈ। ਜਿਹੜਾ ਅੱਗੋਂ ਆਕੜਦਾ ਉਹਨੂੰ ਮਾਰ ਕੇ ਖੂਹ ਸੁੱਟ ਦਿੰਦਾ। ਦਿਲ ਦਾ ਖੋਟਾ ਹੈ, ਪਰ ਲੋਕ ਵਿਖਾਵਾ ਕੀਤਾ ਮੈਂ ਬੜਾ ਧਾਰਮਿਕ ਹਾਂ। ਇਹ ਤਾਂ ਕਹਿੰਦੇ ਵੀ ਲੋਕ ਵਿਖਾਵੇ ਨੇ। ਝੂਠੇ ਅਮਲ ਕਰਿਓ। ਅਮਲ ਦਾ ਕਰਮ, ਪਰ ਮਨੁੱਖ ਕਰਮ ਤੇ ਝੂਠੇ ਕਰਦਾ, ਕੰਮ ਤੇ ਗਲਤ ਕਰਦਾ ਹੈ। ਉਂਝ ਲੋਕ ਵਿਖਾਵਾ ਕਰਦਾ ਮੈਂ ਜੀ ਬੜਾ ਧਾਰਮਿਕ ਹਾਂ ਜੀ। ਤਾਂ ਹੀ ਕਹਿੰਦੇ ਘਰ ਹੀ ਬੈਠਿਆ ਸ਼ੌ ਮਿਲੈ, ਜੇ ਨੀਅਤ ਰਾਸ ਕਰੇ। ਜੇ ਨੀਅਤ ਹੀ ਖੋਟੀ ਹੈ ਫਿਰ ਰੱਬ ਨਹੀਂ ਮਿਲ ਸਕਦਾ। ਜੇ ਨੀਅਤ ਠੀਕ ਹੈ ਤਾਂ ਫਿਰ ਜੰਗਲਾਂ ਜਾਣ ਦੀ ਲੋੜ ਨਹੀਂ, ਪਹਾੜਾਂ ਜਾਣ ਦੀ ਲੋੜ ਹੀ ਨਹੀਂ, ਤਾਂ ਉਹਨੂੰ ਆਪਣੇ ਘਰ 'ਚ ਹੀ ਰੱਬ ਮਿਲ ਜਾਣਾ। ਨਾਮ ਜਪਣ ਤੋਂ ਪਹਿਲਾਂ ਆਪਣੇ ਆਪ ਨੂੰ, ਮਨ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਅੰਦਰ ਬੁਰਾਈਆਂ ਨੇ, ਜਪੀ ਜੋ ਨਾਮ, ਉਹਦਾ ਕੋਈ ਫਰਕ ਨਹੀਂ ਪੈਂਦਾ, ਕੋਈ ਆਤਮਿਕ ਤਰੱਕੀ ਨਹੀਂ ਹੋਣੀ।
ਚਾਹੇ 10 ਜਨਮ ਲੱਗੇ ਰਹੋ। ਆਤਮਿਕ ਤਰੱਕੀ ਉਦੋਂ ਹੀ ਹੁੰਦੀ ਹੈ ਜਦੋਂ ਅੰਦਰ ਬੁਰਾਈਆਂ ਨਾ ਹੋਣ, ਮਨ ਸਾਫ਼ ਹੋਵੇ। ਮਹਿਲਾ ਪਹਿਲਾ। ਗੁਰੂ ਨਾਨਕ ਦੇ ਅੱਗੇ ਕਹਿੰਦੇ, ਜਾਂ ਹੋਂ ਨਾਹੀਂ ਤਾਂ ਕਿਆ ਆਖਾਂ, ਕਿਹ ਨਾਹੀਂ ਕਿਆ ਹੋਵਾਂ। ਇਹਨੂੰ ਕਿਹੋ ਨਹੀਂ ਪੜ੍ਹਨਾ ਕਿ ਮੈਨੇ ਕੁਝ। ਹਾਹੇ ਨੌਕੜ ਉਦੋਂ ਪੜ੍ਹਨਾ ਹੈ ਜਦੋਂ ਸ਼ਬਦ ਕਿਰਿਆ ਹੋਵੇ, ਜਾਂ ਇਹੀ ਸ਼ਬਦ ਲਾਈਨ ਦੇ ਅਖੀਰ ਵਿੱਚ ਆ ਜਾਂਦਾ ਅਤੇ ਕਈ ਵਾਰੀ ਤੁਕਾਂਤ ਮਿਲਾਉਣ ਲਈ ਪੜ੍ਹਨਾ ਪੈਂਦਾ। ਇਹ ਕਿਹੋ ਨਹੀਂ ਹੈ ਕਿ ਮੈਨੇ ਕੁਝ। ਜਾਂ ਹੂੰ ਨਾਹੀਂ ਤਾਂ ਕਿਆ ਆਖਾਂ, ਕਿ ਨਾਹੀਂ ਕਿਆ ਹੋਵਾਂ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਧੋਵਾਂ। ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ। ਨਾਨਕ ਅੰਧਾ ਹੋਏ ਕਹਿ ਦੱਸੇ ਰਾਹੈ, ਸਬਸ ਮੁਹਾਏ ਸਥ ਹੈ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਸੋ ਐਸਾ ਆਗੂ ਜਪ। ਜਾਂ ਹੋ ਨਾਹੀਂ ਤਾਂ ਕਿ ਆਖਾਂ। ਜਦ ਮੈਂ ਕੁਝ ਹੈ ਹੀ ਨਹੀਂ ਤਾਂ ਮੈਂ ਆਪਣੇ ਬਾਰੇ ਕੀ ਕਹਾਂ। ਅਸੀਂ ਤਾਂ ਆਪਣੇ ਨੂੰ ਸਮਝਦੇ ਮੈਂ ਕੁਝ ਹਾਂ, ਕਿ ਜਦ ਮੈਂ ਹੈ ਹੀ ਨਹੀਂ ਕੁਛ ਤਾਂ ਮੈਂ ਕੀ ਕਹਾਂ। ਕਿਹ ਨਹੀਂ, ਮੈਂ ਤਾਂ ਕੁਝ ਵੀ ਨਹੀਂ। ਕਿਆ ਹੋਵਾਂ ਅਤੇ ਮੈਂ ਕੀ ਹੋ ਸਕਦਾ ਹਾਂ। ਕੀਤਾ ਕਰਨਾ ਕਹਿਆ ਕਥਨ, ਮੇਰਾ ਕੀਤਾ ਹੋਇਆ ਕਰਨਾ, ਮੇਰੇ ਕਰਮ, ਮੈਂ ਜੋ ਕਿਹਾ ਉਹ ਕਥਨਾ ਜੋ ਮੈਂ ਕਹਿ ਰਿਹਾ ਹਾਂ। ਭਰਿਆ ਭਰ ਤੋਂ, ਮੈਂ ਤੇ ਮੈਲ ਦਾ ਬੁਰਾਈਆਂ ਦਾ ਭਰਿਆ ਹੋਇਆ ਹਾਂ, ਪਰ ਮੈਂ ਆਪਣੇ ਆਪ ਨੂੰ ਧੋ ਰਿਹਾ ਹਾਂ। ਅਸੀਂ ਵੀ ਇਸਤਰੀ ਕਰਦੇ, ਬੁਰਾਈਆਂ ਨਹੀਂ ਅੰਦਰੋਂ ਖ਼ਤਮ ਕਰਦੇ, ਦਰਿਆਵਾਂ 'ਤੇ ਜਾ ਕੇ ਸਰੋਵਰ 'ਤੇ ਜਾ ਕੇ ਨਹਾਉਣ ਦੀ ਕੋਸ਼ਿਸ਼ ਕਰਦੇ ਵੀ ਹਾਂ ਅਸੀਂ ਸਾਫ਼ ਹੋ ਜਾਵਾਂਗੇ। ਉਹ ਤਾਂ ਬਾਹਰੋਂ ਧੋਣਾ ਹੈ ਆਪਣੇ ਆਪ ਨੂੰ, ਉਹਦੇ ਨਾਲ ਅੰਦਰ ਸਾਫ਼ ਨਹੀਂ ਹੁੰਦਾ। ਅੰਦਰ ਸਾਫ਼ ਹੁੰਦਾ ਹੈ ਸ਼ੁਭ ਕਰਮ ਕਰਕੇ ਅਤੇ ਨਾਮ ਬਾਣੀ ਪੜ੍ਹ ਕੇ। ਆਪ ਨਾ ਬੁਝਾਂ ਲੋਕ ਬੁਝਾਈ, ਆਪ ਤਾਂ ਮੈਨੂੰ ਸੋਝੀ ਨਹੀਂ ਹੈ ਅਤੇ ਲੋਕਾਂ ਨੂੰ ਮੈਂ ਸੋਝੀ ਦਿੰਦਾ ਹਾਂ। ਐਸਾ ਆਗੂ ਹੋਵਾਂ, ਮੈਂ ਤਾਂ ਇਹੋ ਜਿਹਾ ਆਗੂ ਹਾਂ। ਇਹੋ ਜਿਹਾ ਆਗੂ ਆਪ ਨੂੰ ਸੋਝੀ ਨਹੀਂ ਹੈ, ਭਾਵ ਜੋ ਮੈਂ ਦੂਜਿਆਂ ਨੂੰ ਕਹਿ ਰਿਹਾ ਉਸ 'ਤੇ ਆਪ ਨਹੀਂ ਚੱਲਦਾ। ਮੈਂ ਤਾਂ ਕਹਿੰਦਾ ਇਹੋ ਜਿਹਾ ਆਗੂ ਅਤੇ ਆਗੂ ਇਸਤਰੀ ਕਰਦੇ ਨੇ। ਆਗੂ ਇਸਤਰੀ ਕਰਦੇ ਨੇ, ਆਹ ਕਰ ਦਿਆਂਗੇ ਅਸੀਂ, ਉਹ ਕਰ ਦਿਆਂਗੇ, ਇਹ ਹੈ ਵੋ ਹੈ ਕਰਨ। ਮਨ ਦੇ ਖੋਟੇ ਗੱਲਾਂ ਦੇ ਮਿੱਠੇ। ਨਾਨਕ ਅੰਧਾ ਹੋਏ ਕਹਿ ਦੱਸੇ ਰਾਹੈ। ਅੰਧਾ ਭਾਵ ਅਗਿਆਨੀ ਹੈ, ਅਤੇ ਅਗਿਆਨੀ ਅਤੇ ਲੋਕਾਂ ਨੂੰ ਰਾਹ ਦੱਸਦਾ, ਗਿਆਨ ਦਿੰਦਾ ਲੋਕਾਂ ਨੂੰ ਗਿਆਨ ਦਿੰਦਾ। ਸਬਸ ਮੁਹਾਏ ਸਥ, ਜਿੰਨੇ ਸਾਥੀ ਨੇ ਸਾਰਿਆਂ ਨੂੰ ਮੁਹਾਏ ਹੁੰਦਾ ਮਾਇਆ ਰਾਹੀਂ ਠਗਾ ਦੇਣਾ। ਆਪ ਠੱਗਿਆ ਹੋਇਆ ਆਪਣੇ ਸਾਥੀਆਂ ਨੂੰ ਠਗਾਉਂਦਾ, ਆਪ ਤੇ ਗਲਤ ਪਾਸੇ ਜਾ ਰਿਹਾ, ਦੂਜਿਆਂ ਨੂੰ ਵੀ ਗਲਤ ਪਾਸੇ ਤੋਰ ਦਿੰਦਾ ਹੈ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਅੱਗੇ ਜਾ ਕੇ ਫਿਰ ਮੂੰਹ 'ਤੇ ਛਿੱਤਰ ਪੈਂਦੇ ਨੇ, ਮੂੰਹ 'ਤੇ ਥੱਪੜ ਪੈਂਦੇ ਨੇ। ਸੋ ਐਸਾ ਆਗੂ ਜਪ। ਫਿਰ ਇਹੋ ਜਿਹੇ ਆਗੂ ਦੇ ਅੱਗੇ ਜਾ ਕੇ ਪਤਾ ਲੱਗ ਜਾਂਦਾ, ਫਿਰ ਅੱਗੇ ਜਾ ਕੇ ਪਤਾ ਲੱਗਦਾ। ਬਾਈ ਚਾਂਸ ਮੇਰੀ ਵੀ ਡੈਥ ਹੋ ਗਈ, ਤੁਹਾਡੇ ਦੋ 'ਚੋਂ ਵੀ ਕਿਸੇ ਦੀ ਡੈਥ ਹੋ ਜਾਏ ਅਤੇ ਉੱਥੇ ਮੈਨੂੰ ਕੁੱਟ ਪੈ ਰਹੀ ਹੋਵੇ ਅਤੇ ਤੁਸੀਂ ਕਹੋ ਕਮਾਲ ਹੈ, ਬਾਬਾ ਜੀ ਤਾਂ ਸਾਰੀ ਉਮਰ ਸਾਨੂੰ ਸਿੱਖਿਆ ਦਿੰਦੇ ਰਹੇ। ਆਹ ਕੀ ਉਸੇ ਪਤਾ ਲੱਗੂ, ਉੱਥੇ ਜਾ ਕੇ ਪਤਾ ਲੱਗੂ ਵੀ ਇਹ ਕਹਿੰਦਾ ਕੀ ਸੀ ਅਤੇ ਕਰਦਾ ਕੀ ਸੀ। ਕਿਉਂਕਿ ਉੱਥੇ ਦਾ ਕਰਮੀ ਹੋਏ ਵਿਚਾਰ, ਇੱਕ ਇੱਕ ਕਰਮ ਦੀ ਵਿਚਾਰ ਹੋਣੇ, ਜੋ ਆਹ ਕੀਤਾ ਜੋ ਆਹ ਕੀਤਾ। ਪੌੜੀ ਮਾਹਾਂ ਰੁੱਤੀ
ਸਭ ਤੂੰ ਘੜੀ ਮੂਰਤ ਵਿਚਾਰਾ। ਤੂੰ ਗਣਤੈ ਕਿਰ ਨਾ ਪਾਇਓ ਸੱਚੇ ਅਲਖ ਅਪਾਰਾ। ਇਹਨੂੰ ਅਲਖ ਨਹੀਂ ਪੜ੍ਹਨਾ, ਅਲਖ ਹੈ। ਲੱਖ ਹੁੰਦਾ ਜਿਹੜਾ ਸਾਡੀ ਸਮਝ ਆ ਜੇ, ਸਾਨੂੰ ਦਿਸੇ। ਅਲਖ ਹੈ ਜਿਹੜੀ ਸਾਡੀ ਸਮਝ ਤੋਂ ਪਰੇ। ਤੂੰ ਗਣਤੈ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ। ਪੜ੍ਹਿਆ ਮੂਰਖ ਆਖੀਏ ਜਿਸ ਲਭ ਲੋਭ ਅਹੰਕਾਰਾ। ਇਹਨੂੰ ਅਹੰਕਾਰਾ ਨਹੀਂ ਪੜ੍ਹਨਾ, ਉਹ ਤੇ ਹੰਕਾਰ ਦਾ ਵਿਰੋਧੀ ਸ਼ਬਦ ਹੋ ਜਾਏਗਾ। ਆੜ ਅੱਗੇ ਲਾਉਣ ਨਾਲ ਵਿਰੋਧੀ ਸ਼ਬਦ ਬਣ ਜਾਂਦਾ ਹੈ। ਇਹ ਜਿਹੜਾ ਸੰਸਕ੍ਰਿਤ ਸ਼ਬਦ ਹੈ, ਸੰਸਕ੍ਰਿਤ ਵਿੱਚ ਹੈ ਆੜਾ ਹਾਹਾ ਮਮ ਅਹਿਮ, ਉਹ ਹੰਕਾਰ ਨੂੰ ਕਹਿੰਦੇ ਨੇ। ਉੱਥੋਂ ਬਣੇ ਅਹੰਕਾਰ। ਹਾਹੇ ਤੋਂ ਪਹਿਲਾ ਅੱਖਰ ਆੜਾ ਮੁਕਤ ਹੈ। ਬੋਲਣ ਵੇਲੇ ਆੜੇ ਤੇ ਦਲਾਵਾਂ ਲੱਗਣਗੀਆਂ। ਜਿਹੜੀ ਹਾਹੇ ਤੇ ਟਿੱਪੀ ਹੈ ਉਹ ਦਲਾਵਾਂ ਦੇ ਨਾਲ ਬਿੰਦੀ ਬਣ ਜਾਏਗੀ, ਅਤੇ ਕੀ ਬਣ ਗਿਆ? ਅਹੰਕਾਰ। ਮਤਲਬ ਹੈ ਹੰਕਾਰ। ਹੰਕਾਰ ਪੰਜਾਬੀ ਦਾ ਸ਼ਬਦ ਹੈ, ਅਹੰਕਾਰ ਸੰਸਕ੍ਰਿਤ ਦਾ ਸ਼ਬਦ ਹੈ। ਨਾਉ ਪੜ੍ਹੀਏ ਨਾਉ ਬੁਝੀਏ ਗੁਰਮਤੀ ਵਿਚਾਰਾ। ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਭੰਡਾਰਾ। ਨਿਰਮਲ ਨਾਮ ਮੰਨਿਆ ਦਰ ਸੱਚੈ। ਨਿਰਮਲ ਨਾਮ ਮੰਨਿਆ ਦਰ ਸੱਚੈ ਸਚਿਆਰਾ। ਜਿਸ ਦਾ ਜੀਉ ਪ੍ਰਾਣ ਹੈ। ਜੇ ਅਣਾਣੇ ਨੂੰ ਔਂਕੜ ਨਾ ਹੁੰਦਾ ਫਿਰ ਆਪਾਂ ਪੜ੍ਹਦੇ ਪ੍ਰਾਣ ਹੈ, ਨਾਲ ਉੱਥੇ ਦਾ ਜਿਸ ਦੇ, ਉੱਥੇ ਫਿਰ ਕੀ ਹੋਣਾ ਸੀ? ਜਿਸ ਦੇ ਜੀਉ ਪ੍ਰਾਣ ਹੈ, ਫਿਰ ਇਹ ਹੋਣਾ ਸੀ। ਉਹ ਹੈ ਦਾ। ਦਾ ਇੱਕ ਵਚਨ ਹੁੰਦਾ, ਤਾਂ ਹੀ ਉਹਨਾਂ ਨੇ ਪ੍ਰਾਣ ਦੇ ਹੇਠਾਂ ਔਂਕੜ ਲਾਇਆ ਹੋਇਆ ਹੈ। ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਵਣਜਾਰਾ। ਸ਼ਾਹ ਜਿਹੜਾ ਸ਼ਬਦ ਹੈ ਫਾਰਸੀ ਦਾ ਹੈ, ਸਾਹੋ ਹਿੰਦੀ ਦਾ ਹੈ। ਜਿੱਥੇ ਪੜ੍ਹੇ ਸੱਚਾ ਸਾਹੋ ਇੱਕ ਤੂੰ ਤਾਂ ਵੀ ਠੀਕ ਹੈ। ਸਾਹੋ ਹਿੰਦੀ ਦਾ ਸ਼ਬਦ ਹੈ, ਜਿਸ ਤੋਂ ਸਾਹੂਕਾਰ ਬਣਿਆ, ਜਿਸ ਤੋਂ ਸ਼ਾਹੂਕਾਰ ਬਣਿਆ। ਹਿੰਦੀ ਸਾਹੋ ਕਹਿੰਦੇ ਨੇ, ਫਾਰਸੀ 'ਚ ਸ਼ਾਹ ਕਹਿੰਦੇ ਨੇ। ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਵਣਜਾਰਾ। ਗੁਰੂ ਮਹਾਰਾਜ ਕਹਿੰਦੇ ਮਾਹਾਂ ਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ। ਘੜੀ ਮਹੀਨੇ, ਰੁੱਤਾਂ, ਘੜੀਆਂ। ਮੂਰਤ ਹੁੰਦਾ ਦੋ ਘੜੀਆਂ। ਤੂੰ ਕਹਿੰਦੇ ਜਿਹੜਾ ਨਾਮ ਜਪਦਾ ਵਿਚਾਰਾ, ਉਹਦੇ ਲਈ ਸਾਰੇ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਘੜੀਆਂ, ਸਾਰੇ ਮੂਰਤ ਲਾਭਦਾਇਕ ਹੀ ਲਾਭਦਾਇਕ। ਅਤੇ ਜਿਸ ਗੁਰਬਾਣੀ ਕਹਿੰਦੇ ਜਿਸ ਸਮੇਂ ਅਸੀਂ ਨਾਮ ਨਹੀਂ ਜਪਦੇ ਉਹ ਸਾਰਾ ਸਮਾਂ ਵਿਅਰਥ। ਸੋ ਵਿਚਾਰ ਜਿਹੜੀ ਕਰਨੀ ਹੈ, ਪਰਮਾਤਮਾ ਦਾ ਨਾਮ ਜਪਣਾ ਹੈ, ਉਹ ਸਾਰੇ ਮਹੀਨਿਆਂ, ਸਾਰੀਆਂ ਰੁੱਤਾਂ, ਸਾਰੀਆਂ ਘੜੀਆਂ ਅਤੇ ਸਾਰੇ ਮੂਰਤ ਦੇ। ਮਹੂਰਤ ਹੁੰਦਾ ਪੂਰਾ ਸ਼ਬਦ ਦੋ ਘੜੀਆਂ ਦਾ। ਘੜੀ ਜਿਹੜੀ ਹੈ 48 24 ਮਿੰਟ ਦੀ ਹੁੰਦੀ ਹੈ। ਜਦ ਦੋ ਘੜੀਆਂ ਹੁੰਦੀਆਂ ਉਹਨੂੰ ਕਹਿੰਦੇ ਮੂਰਤ ਜਾਂ ਮਹੂਰਤ। 49 ਮਿੰਟਾਂ ਦਾ ਹੁੰਦਾ। ਕਈ ਵਾਰੀ ਹਿੰਦੂ ਵੀਰ ਬ੍ਰਾਹਮਣਾਂ ਕੋਲ ਜਾਂਦੇ ਨੇ ਵੀ ਸ਼ਾਦੀ ਕਰਨੀ ਹੈ ਲੜਕੇ ਲੜਕੀ ਦੀ, ਜੀ ਸ਼ੁਭ ਸਮਾਂ ਦੱਸੋ, ਮਹੂਰਤ ਕੱਢੋ। ਉਹ ਕਹਿੰਦਾ ਜੀ 3 ਵਜੇ ਤੋਂ ਲੈ ਕੇ 3:50 ਤੱਕ, ਵੀ ਇਹਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਨਾ, ਮੁੱਕੇ ਜਦੋਂ ਮਰਜ਼ੀ ਹੈ। ਮੰਨ ਲਓ ਵਿਆਹ ਦੀ ਰਸਮ ਸ਼ੁਰੂ ਹੋ ਗਈ, 3 ਵਜੇ ਸ਼ੁਰੂ ਕਰ ਲਈ, ਮੁੱਕੇ 'ਚ ਜਾ ਕੇ 5 ਵਜੇ। 3 ਵਜੇ ਤੋਂ ਲੈ ਕੇ 3:49 ਦੇ ਵਿੱਚ ਜਿਹੜਾ ਹੈ ਉਹ ਸ਼ੁਰੂ ਕਰਨਾ ਹੁੰਦਾ। ਉਹਨੂੰ ਕਹਿੰਦੇ ਮਹੂਰਤ। ਉਹ 2 ਘੜੀਆਂ ਦਾ ਹੁੰਦਾ, ਛੋਟਾ ਕਰਕੇ ਉਸ ਨੂੰ ਮੂਰਤ ਲਿਖਿਆ ਹੋਇਆ। ਤੂੰ ਗਣਤੈ ਕਿਨੇ ਨਾ ਪਾਇਓ
ਸੱਚੇ ਅਲਖ ਅਪਰ। ਗਣਤਾ ਹੁੰਦਾ ਕਰਮਾਂ ਦੀ ਗਿਣਤੀ ਮਿਣਤੀ ਕਰਨਾ। ਜੇ ਇਨਸਾਨ ਆਪਣੇ ਕਰਮਾਂ ਦੀ ਗਿਣਤੀ ਮਿਣਤੀ ਕਰੇ ਤੈਨੂੰ ਨਹੀਂ ਪਾ ਸਕਦਾ ਹੋ। ਹੇ ਸੱਚੇ, ਹੇ ਅਲਖ, ਹੇ ਅਦ੍ਰਿਸ਼ਟ ਅਪਾਰਾ, ਹੇ ਬੇਅੰਤ ਪਰਮਾਤਮਾ, ਤੈਨੂੰ ਕਰਮਾਂ ਦੀ ਗਿਣਤੀ ਮਿਣਤੀ ਨਾਲ ਨਹੀਂ ਪਾਇਆ ਜਾ ਸਕਦਾ। ਸਾਡਾ ਕੰਮ ਹੈ ਨਾਮ ਜਪੀ ਜਾਣਾ, ਕਿਰਪਾ ਉਸਨੇ ਕਰਨੀ, ਅਸੀਂ ਆਪਣੀ ਡਿਊਟੀ ਦੇਣੀ। ਜੇ ਮਨੁੱਖ ਸੱਚੇ ਦਿਲੋਂ ਆਪਣੀ ਡਿਊਟੀ ਦਿੰਦਾ ਰਹੇ, ਫਿਰ ਗੁਰੂ ਮਹਾਰਾਜ ਆਪਣੀ ਡਿਊਟੀ ਦਿੰਦੇ ਨੇ ਅਤੇ ਪਰਮਾਤਮਾ ਆਪਣੀ ਡਿਊਟੀ ਦਿੰਦਾ। ਸਾਡਾ ਕੰਮ ਹੈ ਨਾਮ ਜਪੀ ਜਾਣਾ। ਇਹ ਤਾਂ ਗੁਰੂ ਮਹਾਰਾਜ ਨੇ ਦੇਖਣਾ ਕਦੋਂ ਨਾ ਕਿਰਪਾ ਕਰਨੀ ਹੈ। ਜੇ ਉਹ ਸਾਡੇ 'ਤੇ ਖੁਸ਼ ਹੋ ਗਏ ਫਿਰ ਸਾਡੇ 'ਤੇ ਕਿਰਪਾ ਕਰਨਗੇ। ਪਰਮਾਤਮਾ ਨੂੰ ਕਹਿਣਗੇ ਜੀ ਇਸ ਬੰਦੇ ਨੂੰ ਆਪਣੇ ਨਾਲ ਮਿਲਾ ਲਓ, ਅਤੇ ਪਰਮਾਤਮਾ ਨਾਲ ਮਿਲਾ ਲਏਗਾ। ਬਸ ਜੇ ਅਸੀਂ ਹਿਸਾਬ ਕਿਤਾਬ ਕਰਨ ਲੱਗੇ ਫਿਰ ਨਹੀਂ ਕਦੇ ਅਸੀਂ ਪਾ ਸਕਦੇ ਉਸਨੂੰ। ਪੜ੍ਹਿਆ ਮੂਰਖ ਆਖੀਏ ਜਿਸ ਲਭ ਲੋਭ ਅਹੰਕਾਰ। ਉਹ ਪੜ੍ਹਿਆ ਹੋਇਆ ਮਨੁੱਖ ਵੀ ਮੂਰਖ ਹੈ ਜਿਹੜਾ ਲਾਲਚੀ ਹੈ ਅਤੇ ਹੰਕਾਰੀ ਹੈ। ਜਿਹੜਾ ਲਾਲਚੀ ਹੈ ਅਤੇ ਹੰਕਾਰੀ ਹੈ ਉਹ ਪੜ੍ਹਿਆ ਹੋਇਆ ਵੀ ਮੂਰਖ ਹੈ। ਅਸਲ ਜਿਹੜੀ ਪੜ੍ਹਾਈ ਹੈ ਇਹਦਾ ਉਦੇਸ਼ ਸੀ ਸਾਨੂੰ ਵਧੀਆ ਇਨਸਾਨ ਬਣਾਉਣਾ। ਪਰ ਜਿਹੜੀ ਅੱਜ ਦੀ ਪੜ੍ਹਾਈ ਹੈ ਉਹ ਸਾਨੂੰ ਵਧੀਆ ਇਨਸਾਨ ਨਹੀਂ ਬਣਾ ਰਹੀ, ਕਿਉਂਕਿ ਬੱਚੇ ਲਿਟਰੇਚਰ ਨਹੀਂ ਪੜ੍ਹਦੇ। ਸਾਇੰਸ ਪੜ੍ਹ ਲਓ ਜੀ, ਹਿਸਾਬ ਪੜ੍ਹ ਲਓ ਜੀ, ਫਿਜ਼ਿਕਸ ਪੜ੍ਹ ਲਓ, ਕੈਮਿਸਟਰੀ ਪੜ੍ਹ ਲਓ, ਬਾਇਓਲੋਜੀ ਪੜ੍ਹ ਲਓ। ਇਹਦੇ ਨਾਲ ਤੋਂ ਇਹਨਾਂ ਦਾ ਗਿਆਨ ਦੇ ਤੁਸੀਂ ਵਧੀਆ ਇਨਸਾਨ ਨਹੀਂ ਹੋ ਸਕਦੇ। ਵਧੀਆ ਇਨਸਾਨ ਹੋਣ ਲਈ ਤੁਹਾਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਪੜ੍ਹਨੀ ਪਏਗੀ। ਉਹ 'ਚ ਲਿਟਰੇਚਰ ਹੁੰਦਾ, ਉਹ 'ਚ ਕਹਾਣੀਆਂ ਹੁੰਦੇ ਨੇ, ਉਹ 'ਚ ਨਾਵਲ ਹੁੰਦੇ ਨੇ, ਉਹ 'ਚ ਐਸੇ ਹੁੰਦੇ ਨੇ, ਉਹ 'ਚ ਕਵਿਤਾਵਾਂ ਹੁੰਦੀਆਂ। ਉਹਨਾਂ ਤੋਂ ਸਾਨੂੰ ਕੋਈ ਸਿੱਖਿਆ ਮਿਲਦੀ ਹੈ। ਹਿਸਾਬ ਤੋਂ ਕੀ ਸਿੱਖਿਆ ਮਿਲੇਗੀ ਜੀ? A+2 A+B ਦਾ ਹੋਲ ਸਕੁਏਅਰ, A² + B² + 2AB + ਲਿਟਰਾ ਲਾ ਲਓ ਜੀ। ਗਿਆਨ ਤਾਂ ਨਾ ਸਾਨੂੰ ਹੋਇਆ। ਗਿਆਨ ਤਾਂ ਲਿਟਰੇਚਰ ਨੇ ਦੇਣਾ ਹੁੰਦਾ। ਉਹ ਅੱਜ ਕੱਲ੍ਹ ਉਹਦੀ ਕੀਮਤ ਕੋਈ ਨਹੀਂ ਰਹਿ ਗਈ। ਆ ਕੰਪਿਊਟਰ ਆ ਗਏ, ਹੋਰ ਚੀਜ਼ ਆ ਗਏ, ਬੱਚੇ ਇਹਨਾਂ ਨੂੰ ਹੈ। ਇਹ ਜਿਹੜੀ ਪੰਜਾਬੀ ਦੀਆਂ ਕਿਤਾਬਾਂ ਲੱਗੀਆਂ ਹੁੰਦੀਆਂ ਉਹ ਪੰਜਾਬੀ 'ਚ ਵੀ ਅੱਜ ਕੱਲ੍ਹ ਨਾ ਉਹ ਦੂਜੇ ਤਰ੍ਹਾਂ ਦਾ ਆ ਗਿਆ। ਦਫ਼ਤਰੀ ਹੈ ਜੀ, ਫਲਾਣਾ ਉਸ ਤਰ੍ਹਾਂ। ਉਹ ਜਿਹੜਾ ਸਿੱਖਿਆ ਦੇਣ ਵਾਲੀ ਗੱਲਾਂ ਉਹ ਵਿੱਚੋਂ ਘੱਟ ਗਈਆਂ ਨੇ। ਅਤੇ ਪੰਜਾਬੀ ਦੇ ਬੱਚੇ ਉਂਝ ਹੀ ਨਹੀਂ ਪੜ੍ਹਦੇ ਸਾਇੰਸ ਹਿਸਾਬ ਵਾਲੇ ਨੂੰ। ਇਹ ਤਾਂ ਉਂਝ ਹੀ ਹੈ ਵੀ ਠੂੰ ਠੱਪ ਜੀ ਕਰਕੇ ਵੀ 33 ਕੁ ਨੰਬਰ ਲੈ ਜਾਓ। ਅਜੇ ਜਿਹੜਾ ਆਰਟਸ ਵਾਲਾ ਹੈ ਉਹ ਤਾਂ ਪੜ੍ਹਦਾ, ਸਾਇੰਸ ਵਾਲਾ, ਹਿਸਾਬ ਵਾਲਾ, ਦੂਜੇ ਬੰਦੇ ਕੰਪਿਊਟਰ ਵਾਲੇ ਇਹਦੇ ਪੰਜਾਬੀ ਇਹਨਾਂ ਨੂੰ ਆਉਂਦੀ ਨਹੀਂ ਵਿਚਾਰਿਆਂ ਨੂੰ। ਕਿਉਂ? ਇਹਨਾਂ ਪੰਜਾਬੀ 'ਚ ਜਿਹੜਾ ਹੈ ਇਹ ਪੰਜਾਬੀ ਦੀ ਮਹਾਨਤਾ ਦਾ ਹੀ ਨਹੀਂ ਪਤਾ। ਇਹ ਤਾਂ ਫਾਰਮੈਲਿਟੀ ਕਰਦੇ ਵੀ ਕਿਸੇ ਤਰ੍ਹਾਂ ਜਿਹੜਾ ਹੈ ਅਸੀਂ 33 ਨੰਬਰਾਂ 'ਚ ਪਾਸ ਹੋ ਜਾਈਏ। ਇਸ ਲਈ ਸਾਡੀ ਜਿਹੜੀ ਵਿੱਦਿਆ ਹੈ ਇਹ ਇਨਸਾਨ ਨੂੰ ਵਧੀਆ ਨਹੀਂ ਬਣਾ ਰਹੀ। ਹਾਂ, ਉਹਨੂੰ ਗਿਆਨ ਤਾਂ ਦੇ ਰਹੀ ਹੈ, ਉਹਨੂੰ ਵਧੀਆ ਨਹੀਂ ਬਣਾ ਰਹੀ। ਇਸ ਲਈ ਪੜ੍ਹਿਆ ਹੋਇਆ ਬੰਦਾ ਵੀ ਲਾਲਚੀ ਅਤੇ ਹੰਕਾਰੀ ਹੈ। ਕਹਿੰਦੇ ਤਾਂ ਮੂਰਖ। ਜਿਹੜਾ ਪੜ੍ਹਿਆ ਲਿਖਿਆ ਲਾਲਚੀ ਅਤੇ ਹੰਕਾਰੀ ਹੈ, ਗੁਰਬਾਣੀ ਨੂੰ ਕਹਿੰਦੇ ਉਹ ਤਾਂ ਮੂਰਖ ਹੈ, ਉਹ ਸਿਆਣਾ ਨਹੀਂ ਹੈ। ਨਾਉ ਪੜ੍ਹੀਏ ਨਾਉ ਬੁਝੀਏ ਗੁਰਮਤਿ ਵਿਚਾਰ। ਸਗੋਂ ਨਾਮ ਪੜ੍ਹਨਾ ਚਾਹੀਦਾ, ਨਾਮ ਨੂੰ ਸਮਝਣਾ ਚਾਹੀਦਾ ਅਤੇ ਗੁਰੂ ਦੀ ਮੱਤ 'ਤੇ ਚੱਲ ਕੇ ਉਸ ਦੇ ਕਰਮ ਕਰਨੇ ਚਾਹੀਦੇ। ਸਾਡੇ ਵਿਚਾਰ ਗੁਰੂ ਦੀ ਮੱਤ ਅਨੁਸਾਰ ਹੋਣੇ ਚਾਹੀਦੇ ਨੇ, ਗੁਰਬਾਣੀ ਅਨੁਸਾਰ ਸਾਡੇ ਵਿਚਾਰ ਹੋਣੇ ਚਾਹੀਦੇ ਨੇ। ਨਾਮ ਦੇ ਬਾਰੇ ਹੀ ਪੜ੍ਹਨਾ, ਨਾਮ ਦੀ ਮਹਾਨਤਾ ਬਾਰੇ ਪੜ੍ਹਨਾ, ਨਾਮ ਹੀ ਸਮਝਣਾ, ਭਾਵ ਜਪਣਾ ਅਤੇ ਗੁਰੂ ਦੀ ਮੱਤ 'ਤੇ ਚੱਲਣਾ। ਗੁਰਮਤਿ ਨਾਮ ਤਨ ਖਟਿਆ ਭਗਤੀ ਭਰੇ ਭੰਡਾਰਾ। ਜਿਹਨਾਂ ਗੁਰੂ ਦੀ ਮੱਤ 'ਤੇ ਚੱਲੇ ਉਹਨੇ ਕਾਹਦੀ ਕਮਾਈ ਕੀਤੀ? ਨਾਮ ਧਨ ਦੀ। ਕਿ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਚੱਲਾਂਗੇ ਤਾਂ ਸਾਨੂੰ ਵਾਰੀ ਵਾਰੀ ਪੜ੍ਹਨ ਨੂੰ ਮਿਲੇਗਾ ਕਿ ਭਾਈ ਨਾਮ ਜਪੋ, ਨਾਮ ਜਪੋ, ਨਾਮ ਧਨ ਇਕੱਠਾ ਕਰੋ, ਇਹੀ ਤੁਹਾਡੇ ਨਾਲ ਜਾਣਾ। ਸੰਸਾਰਿਕ ਧਨ ਤਾਂ ਇੱਥੋਂ ਤੱਕ ਹੀ ਹੈ।
ਹਾਲਾਂਕਿ ਗੁਰੂ ਮਹਾਰਾਜ ਨੇ ਕਿਹਾ ਤੇ ਤੁਹਾਡੇ ਕੋਲ ਸਿੱਖ ਕੋਲ ਦੋਨੋਂ ਧਨ ਹੋਣੇ ਚਾਹੀਦੇ ਨੇ, ਇੱਕ ਨਾਲ ਨਹੀਂ ਗੱਲ ਬਣੇਗੀ। ਜੇ ਤੁਹਾਡੇ ਕੋਲ ਨਾਮ ਧਨ ਹੈ ਤੇ ਸੰਸਾਰੀ ਧਨ ਨਹੀਂ, ਤਾਂ ਵੀ ਤੁਹਾਡੀ ਜ਼ਿੰਦਗੀ ਵਧੀਆ ਨਹੀਂ ਬੀਤ ਸਕਦੀ। ਅਤੇ ਜੇ ਤੁਹਾਡੇ ਕੋਲ ਸੰਸਾਰੀ ਧਨ ਹੈ ਤੇ ਨਾਮ ਧਨ ਨਹੀਂ, ਤਾਂ ਵੀ ਤੁਸੀਂ ਸੁਖੀ ਨਹੀਂ ਹੋ ਸਕਦੇ। ਇਸ ਲਈ ਸਿੱਖ ਨੂੰ ਹੁਕਮ ਹੈ, ਕਿਰਤ ਕਰੋ ਅਤੇ ਨਾਮ ਜਪੋ। ਕਿਰਤ ਕਰਾਂਗੇ ਸੰਸਾਰੀ ਧਨ ਹੋਵੇਗਾ, ਨਾਮ ਜਪਾਂਗੇ ਨਾਮ ਧਨ ਹੋਵੇਗਾ। ਸਾਨੂੰ ਦੋਨੋਂ ਧਨ ਚਾਹੀਦੇ। ਬੜੀ ਵਧੀਆ ਜਿਹੜੀ ਹੈ ਸਿੱਖਿਆ ਗੁਰੂ ਨਾਨਕ ਦੇਵ ਜੀ ਦੀ ਕਿ ਭਾਈ ਕਿਰਤ ਕਰੋ ਤਾਂ ਜੋ ਤੁਸੀਂ ਕਿਸੇ 'ਤੇ ਨਿਰਭਰ ਹੀ ਨਾ ਹੋ, ਆਪਣਾ ਕਮਾ ਕੇ ਖਾਓ। ਨਹੀਂ ਤਾਂ ਗੁਰੂਆਂ ਦੇਖੇ ਵਿੱਚ ਕਰੋੜਾਂ ਹੀ ਲੋਕ ਨੇ ਮੰਗਤੇ ਬਣੇ ਹੋਏ ਨੇ, ਸਾਧੂਆਂ ਵਾਲੇ ਕੱਪੜੇ ਪਾ ਕੇ ਲੋਕਾਂ ਦੇ ਘਰਾਂ 'ਚ ਮੰਗਦੇ ਫਿਰ ਮੰਗਤੇ ਹੀ ਹੋਏ। ਜੋ ਮੰਗ ਰਿਹਾ ਕੱਪੜੇ ਭਾਵੇਂ ਉਹਨੇ ਜੋਗੀਆਂ ਵਾਲੇ ਪਾਏ ਹੁਣ, ਸਾਧਾਂ ਵਾਲੇ ਪਾਏ, ਹੈ ਤਾਂ ਮੰਗਤੇ ਹੀ, ਹੈ ਤਾਂ ਮੰਗਤੇ ਹੀ। ਸਿਰਫ ਇਹਨਾਂ ਇੱਕ ਉਸ ਤਰ੍ਹਾਂ ਮਿਲ ਵਾਹ ਜਾਂਦਾ। ਧਾਰਮਿਕ ਕੱਪੜੇ ਪਾਏ ਹੋਣ ਤਾਂ ਲੋਕ ਜਿਹੜਾ ਸਤਿਕਾਰ ਵਜੋਂ ਹੀ ਦੇ ਦਿੰਦੇ ਨੇ, ਪਰ ਜਿਹੜਾ ਕਿਸੇ ਦੇ ਮੰਗਣ ਜਾਂਦਾ ਹੈ ਉਹ ਮੰਗਤਾ ਹੀ ਹੁੰਦਾ, ਕੱਪੜੇ ਭਾਵੇਂ ਕਿਹੋ ਜਿਹੇ ਨੇ ਪਾਏ ਹੋਏ ਹਨ। ਸੋ ਗੁਰੂ ਨਾਨਕ ਦੇਵ ਜੀ ਨਹੀਂ ਸੀ ਚਾਹੁੰਦੇ ਕਿ ਉਹਨਾਂ ਦਾ ਸਿੱਖ ਮੰਗਤਾ ਹੋਵੇ। ਉਹ ਕਹਿੰਦੇ ਨਹੀਂ, ਆਪਣਾ ਕਮਾ ਕੇ ਖਾਓ, ਨਾਲ ਨਾਮ ਧਨ ਇਕੱਠਾ ਕਰੋ। ਗੁਰਮਤਿ ਨਾਮ ਧਨ ਖਟਿਆ, ਭਗਤੀ ਭਰੇ ਭੰਡਾਰਾ। ਜਿਹੜੇ ਗੁਰੂ ਦੀ ਮੱਤ 'ਤੇ ਚੱਲਦੇ ਨੇ ਉਹ ਨਾਮ ਧਨ ਖਟਦੇ ਨੇ, ਉਹ ਉਹਨਾਂ ਭਗਤੀ ਦੇ ਭੰਡਾਰ ਉਹਨਾਂ ਦੇ ਭਰੇ ਹੁੰਦੇ ਨੇ। ਥੋੜ੍ਹੀ ਭਗਤੀ ਨਹੀਂ ਉਹਨਾਂ ਕੋਲ ਹੁੰਦੀ, ਬਹੁਤ ਭਗਤੀ ਉਹਨਾਂ ਕੀਤੀ ਹੁੰਦੀ ਹੈ। ਨਾਮ ਧਨ ਹੈ ਕੋਲ। ਨਿਰਮਲ ਨਾਮ ਮੰਨਿਆ ਦਰ ਸੱਚੈ, ਨਿਰਮਲ ਨਾਮ ਮੰਨਿਆ। ਜਦੋਂ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਅਸੀਂ ਮੰਨ ਲੈਂਦੇ ਹਾਂ, ਦਰ ਸੱਚੈ ਸਚਿਆਰਾ, ਸੱਚੈ ਅਸੀਂ ਪਰਮਾਤਮਾ ਦੇ ਦਰ 'ਤੇ ਸਚਿਆਰ ਹੋ ਜਾਂਦੇ ਹਾਂ, ਸੁਰਖਰੂ ਹੋ ਜਾਂਦੇ ਹਾਂ। ਪਰਮਾਤਮਾ ਖੁਸ਼ ਹੁੰਦਾ ਹੈ ਕਿ ਹਾਂ ਜਿਸ ਕੰਮ ਇਸ ਨੂੰ ਭੇਜਿਆ ਸੀ ਇਹ ਉਹੀ ਕੰਮ ਕਰਕੇ ਆਇਆ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਪਰਮਾਤਮਾ ਨੇ ਸਾਨੂੰ ਕਿਸ ਕੰਮ ਭੇਜਿਆ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਰ, ਬਸ ਪਰਮਾਤਮਾ ਤੁਸੀਂ ਮੇਰੇ ਹੁਕਮ 'ਚ ਚੱਲਣਾ, ਨਹੀਂ ਤਾਂ ਫਿਰ ਸਜ਼ਾ ਮਿਲੇਗੀ। ਤੁਹਾਨੂੰ ਐਡਮ ਐਂਡ ਈਵ ਦੀ ਦੱਸ ਹੀ ਦਿੱਤੀ ਸੀ। ਜੇ ਅਸੀਂ ਪਰਮਾਤਮਾ ਹੁਕਮ ਨਹੀਂ ਮੰਨਾਂਗੇ ਫਿਰ ਸਾਨੂੰ ਸਜ਼ਾ ਮਿਲੇਗੀ। ਉਹ ਨਰਕ ਕਹਿ ਲਓ, ਮਾੜੀ ਜ਼ਿੰਦਗੀ ਕਹਿ ਲਓ, ਗਰੀਬੀ ਕਹਿ ਲਓ, ਉਸ ਨੂੰ ਕੁਛ ਕਹਿ ਲਓ। ਜਿਹੜੀ ਗਰੀਬੀ ਹੈ ਇਹ ਆਪਣੇ ਆਪ 'ਚ ਹੀ ਨਰਕ ਹੈ। ਜਦੋਂ ਮੈਂ ਗਰੀਬਾਂ ਨੂੰ ਵੇਖਦਾ ਤਾਂ ਮੈਂ ਕਹਿੰਦਾ ਅਗਲਾ ਨਰਕ ਪਤਾ ਨਹੀਂ ਕਿਹੋ ਜਿਹਾ ਹੈਗਾ, ਇਹ ਤਾਂ ਨਰਕੀ ਜੀਵਨ ਜਿਉ ਰਹੇ ਹਨ। ਠੀਕ ਹੈ, ਦੇਖਣ ਨੂੰ ਮਨੁੱਖ ਨੇ, ਪਰ ਇਹਨਾਂ ਦਾ ਜੀਵਨ ਨਰਕਾਂ ਵਾਲਾ। ਨਾ ਕੋਈ ਖਾਣ ਨੂੰ ਚੱਜ ਨੂੰ, ਨਾ ਕੋਈ ਪਹਿਨਣ ਨੂੰ ਚੱਜ ਨੂੰ, ਨਾ ਕੋਈ ਰਹਿਣ ਨੂੰ ਚੱਜ ਨੂੰ, ਨਾ ਕੋਈ ਹੋਰ ਸਹੂਲਤਾਂ ਨਹੀਂ। ਹੁਣ ਦੇਖੋ, ਇੱਕ ਤੇ ਚਲਾ ਰਿਹਾ 4 ਵੀਲਰ, 3 4 ਵੀਲਰ ਜਿਹੜਾ ਕੂੜਾ ਚੁੱਕਦੇ ਨੇ, ਇੱਕ ਉਹ ਕੂੜੇ ਦੇ ਉੱਤੇ ਖੜ੍ਹਾ ਜਵਾਕ। ਉਹ ਕੂੜਾ ਜਿਸ ਤੋਂ ਤੁਹਾਨੂੰ ਬਦਬੂ ਆਉਂਦੀ ਹੈ, ਤੁਸੀਂ ਆਪਣਾ ਨੱਕ ਬੰਦ ਕਰ ਲੈਂਦੇ ਹੋ। ਉਹ ਬੱਚਾ ਕੂੜੇ ਦੇ ਉੱਤੇ ਖੜ੍ਹਾ ਹੈ ਔਰ ਉਸ ਨੂੰ ਫਰੋਲ ਰਿਹਾ, ਉਹਦੇ ਵਿੱਚ ਲਿਫਾਫੇ ਅੱਡ ਕਰ ਰਿਹਾ, ਹੋਰ ਚੀਜ਼ਾਂ ਅੱਡ ਅੱਡ ਕਰ ਰਿਹਾ, ਵੀ ਵੇਚਾਂਗੇ ਨਾ। ਫਿਰ ਉਸ ਨੂੰ ਤੁਸੀਂ ਕੀ ਜੀਵਨ ਕਹੋਗੇ? ਨਾ ਨਹਾਉਣਾ ਨਾ ਧੋਣਾ, ਸਵੇਰੇ ਹੀ ਆ ਜਾਣੇ ਕੂੜੇ ਚੱਕਣ। ਕਿਹੜਾ ਨਾ ਹੁੰਦਾ, ਕਾਲੇ ਕਲੂਟੇ ਖਿੰਡੇ ਹੋਏ ਵਾਲ, ਚੱਪਾ ਚੱਪਾ ਮੈਲ ਲੱਗੀ ਹੋਈ ਹੈ। ਕਈ ਬੀਬੀਆਂ ਨੂੰ ਮੈਂ ਵੇਖਦਾ ਕਿਆ ਵਿਆਹੀਆਂ ਫਟੀਆਂ ਹੋਈਆਂ, ਪੈਰ ਕਾਲੇ ਨੇ, ਮੈਲੇ ਨੇ, ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ। ਵੀ ਕੋਈ ਨਾਲ ਧੋ ਲਓ ਕਦੇ ਸਾਬਣ ਨਾਲ, ਝਾਵਾਂ ਹੁੰਦਾ ਘਰਾਂ, ਉਹਦੇ ਨਾਲ ਚੰਗੀ ਤਰ੍ਹਾਂ ਨਾਲ ਖੁਰਚ ਲਓ, ਤੁਹਾਡੇ ਮੈਲ ਮੂਲ ਅੱਡੀਆਂ 'ਚੋਂ ਨਿਕਲ ਜਾਏ ਨਾ। ਬਸ ਕਈਆਂ ਭਾਈਆਂ ਦੇ ਨੇ। ਇੱਕ ਬਾਬਾ ਜੀ, ਮੈਂ ਬਾਬਾ ਜੀ ਤੁਹਾਡੇ ਗਿੱਟੇ ਬੜੇ ਕਾਲੇ ਨੇ। ਇੰਨੇ ਤੁਹਾਡੇ ਗਿੱਟੇ ਕਾਲੇ ਨੇ। ਮੈਂ ਤੁਸੀਂ ਇੱਕ ਨਿੰਬੂ ਲਿਆ ਕਰੋ, ਤੁਹਾਡੇ ਕੋਲ ਚੇਲੇ ਬਲ ਕੇ ਬਥੇਰੇ ਨੇ, ਉਹਨੂੰ ਵਿਚਾਲੇ ਚੀਰ ਲਓ। ਉਹ ਜਿਹੜਾ ਅੱਧਾ ਨਿੰਬੂ ਹੈਗਾ, ਇੱਕ ਨੂੰ ਜਵਾਨ ਨੂੰ ਕਹਤਾ ਆ ਲੈ ਓਏ ਮੇਰੇ ਗਿੱਟਿਆਂ ਦੇ ਮਾਲੇ ਨੂੰ, ਉਹ ਘਸਾਈ ਜਾਏਗਾ, ਨਿੰਬੂ ਤੁਹਾਡੀ ਮੈਲ ਲਾ ਦੇਗਾ, ਮਗਰ ਆਪਣੇ ਪੈਰ ਧੋ ਲਿਓ।
ਹਫ਼ਤਾ ਕੁ ਤੁਸੀਂ ਰੋਜ਼ ਇਸ ਤਰ੍ਹਾਂ ਕਰੋ, ਤੁਹਾਡੇ ਪੈਰ ਠੀਕ ਹੋ ਜਾਣਗੇ, ਇਹ ਗੋਰੇ ਹੋ ਜਾਣਗੇ, ਜਿਹੜੀ ਹੁਣ ਕਾਲਖ ਜੀ ਲੱਗ ਗਏ ਤੁਹਾਡੇ। ਬਸ ਅਸੀਂ ਮੂੰਹ ਮਾਂ ਦੇਖਣ ਵਾਲੇ ਹੈਗੇ, ਬਸ ਉਹ ਠੀਕ ਹੈ। ਉਹ ਕਰੀਮ ਲਾ, ਪਾਊਡਰ ਲਾ, ਸ਼ੀਸ਼ੇ ਅੱਗੇ 10 ਵਾਰੀ ਖੜ, ਬਾਕੀ ਸਰੀਰ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ, ਜਿਸ ਦੀ ਦਿੱਤੀ ਹੋਈ ਜਿੰਦ ਹੈ, ਜਿਸ ਦਿੱਤਾ ਹੋਇਆ ਪ੍ਰਾਣ ਹੈ, ਜਿਸ ਪਰਮਾਤਮਾ ਬੇਅੰਤ ਪਰਮਾਤਮਾ ਦੇ ਅੰਦਰ ਜੋਤ ਹੈ, ਉਹਦੀ ਜੋਤ ਕਰਕੇ ਸਾਡਾ ਜੀਵਨ ਚੱਲ ਰਿਹਾ ਹੈ। ਜਦੋਂ ਆਪਣੀ ਜੋਤ ਵਿੱਚੋਂ ਖਿੱਚ ਲਏ, ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ। ਸੱਚਾ ਸ਼ਾਹ ਇੱਕ ਤੂੰ, ਹੋਰ ਜਗਤ ਵਣਜਾਰਾ। ਵਣਜਾਰਾ ਮੈਨੇ ਵਪਾਰੀ, ਸ਼ਾਹੂਕਾਰ ਤੇ ਤੂੰ ਇਕੱਲਾ ਹੀ ਹੈ, ਬਾਕੀ ਸਾਰਾ ਸੰਸਾਰ ਤੇ ਵਣਜਾਰਾ ਹੈ, ਬਾਕੀ ਤੇ ਵਪਾਰੀ ਹੈ, ਖਰੀਦਦਾਰ ਹੈ। ਸ਼ਲੋਕ ਮਹਿਲਾ ਪਹਿਲਾ। ਕਿਸੇ ਮੁਸਲਮਾਨ ਦੇ ਨਾਲ ਗੁਰੂ ਨਾਨਕ ਦੀ ਗੱਲਬਾਤ ਕਰਨ, ਜਿਸ ਨਾਲ ਗੱਲਬਾਤ ਕੀਤੀ ਜਾਵੇ ਉਹਦੀ ਬੋਲੀ ਜੀ ਕੀਤੀ ਜਾਂਦੀ ਤਾਂ ਉਹਨੂੰ ਸਮਝ ਆਵੇਗੀ। ਮੈਂ ਅੰਗਰੇਜ਼ਾਂ ਨਾਲ ਪੰਜਾਬੀ 'ਚ ਗੱਲ ਕਰਾਂ, ਉਹਨੂੰ ਸਮਝ ਹੀ ਨਹੀਂ ਆਉਣੀ ਮੈਂ ਕੀ ਕਹਿ ਰਿਹਾ। ਅੰਗਰੇਜ਼ਾਂ ਨੂੰ ਗੱਲ ਸਮਝਾਉਣ ਲਈ ਮੈਨੂੰ ਅੰਗਰੇਜ਼ੀ ਬੋਲਣੀ ਪਵੇਗੀ। ਹੁਣ ਤਾਮਿਲਨਾਡੂ ਵਾਲੇ ਲੋਕ ਨੇ, ਮੰਨ ਲਓ ਨਾ ਹਿੰਦੀ ਆਉਂਦੀ ਨਾ ਅੰਗਰੇਜ਼ੀ ਆਉਂਦੀ, ਹਿੰਦੀ ਨਹੀਂ ਉਹਨਾਂ ਨੂੰ ਮੰਨ ਲਓ ਆਉਂਦੀ, ਫਿਰ ਉੱਥੇ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ, ਉੱਥੇ ਸਾਨੂੰ ਅੰਗਰੇਜ਼ੀ ਬੋਲਣੀ ਪਏਗੀ ਤਾਂ ਅਸੀਂ ਕੋਈ ਸੌਦਾ ਖਰੀਦ ਸਕਦੇ ਹਾਂ ਕੁਛ। ਪਰ ਮੈਂ ਦੇਖਿਆ ਸਾਰੇ ਹਿੰਦੁਸਤਾਨ 'ਚ ਫਿਰ ਕੇ ਵੀ ਜਿਹੜੇ ਦੁਕਾਨਦਾਰ ਨੇ ਨਾ, ਇਹਨਾਂ ਨੂੰ ਹਿੰਦੀ ਆਉਂਦੀ ਹੁੰਦੀ ਹੈ, ਇਸ ਲਈ ਸਾਡਾ ਗੁਜ਼ਾਰਾ ਹੋ ਜਾਂਦਾ ਹਰ ਸਟੇਟ ਜਾ ਕੇ। ਦੁਕਾਨਦਾਰਾਂ ਨੂੰ ਪਤਾ ਹੈ ਵੀ ਹਰ ਸਟੇਟ ਦੇ ਲੋਕਾਂ ਨੇ ਇੱਥੇ ਆਉਣਾ ਹੈ, ਅਤੇ ਹਿੰਦੀ ਤਕਰੀਬਨ ਸਾਰਿਆਂ ਨੂੰ ਆਉਂਦੀ ਹੈ, ਇਸ ਲਈ ਉਹ ਹਿੰਦੀ 'ਚ ਉੱਥੇ ਉਹਨਾਂ ਤੋਂ ਚੀਜ਼ ਮੰਗੋ ਤਾਂ ਫਿਰ ਉਹਨਾਂ ਨੂੰ ਗੱਲ ਸਮਝ ਆਉਂਦੀ ਵੀ ਕੀ ਮੰਗਦਾ ਉਹ ਦੇ ਦਿੰਦੇ। ਅਤੇ ਗੁਰੂ ਮਹਾਰਾਜ ਫਾਰਸੀ ਅਤੇ ਅਰਬੀ ਦੇ ਵਿੱਚ ਮੁਸਲਮਾਨ ਨੂੰ ਸਮਝਾ ਰਹੇ ਨੇ। ਮਿਹਰ ਮਸੀਤ ਸਿਦਕ ਮਸੱਲਾ, ਇਹਨੂੰ ਮੁਸਲਾ ਨਹੀਂ ਪੜ੍ਹ ਦੇਣਾ, ਮਸੱਲਾ ਉਹ ਆਸਣ ਜਿਸ 'ਤੇ ਬੈਠ ਕੇ ਨਮਾਜ਼ ਪੜ੍ਹੀ ਜਾਂਦੀ ਹੈ, ਉਹਨੂੰ ਕਹਿੰਦੇ ਮਸੱਲਾ। ਮਿਹਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ। ਇਹਨੂੰ ਰੋਜ਼ਾ ਪੜ੍ਹਨਾ, ਜਿਹਨੂੰ ਆਪਾਂ ਵਰਤ ਕਹਿੰਦੇ ਹਾਂ। ਜੇ ਫਲਾਣੇ ਜੇ ਵਰਤ ਰੱਖਿਆ ਹੋਇਆ, ਮੁਸਲਮਾਨ ਵਰਤ ਨੂੰ ਕਹਿੰਦੇ ਨੇ ਰੋਜ਼ਾ, ਫਾਰਸੀ 'ਚ ਰੋਜ਼ਾ ਕਹਿੰਦੇ ਨੇ। ਜੇ ਜਿਹਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ ਰੋਜ਼ਾ। ਹੋ ਮੁਸਲਮਾਨ ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ਼, ਤਸਬੀ ਸਾਤ ਇਸ ਭਾਵ ਸੀ, ਨਾਨਕ ਰੱਖੈ ਲਾਜ। ਮਿਹਰ ਮਸੀਤ, ਜੀਵਾਂ 'ਤੇ ਮਿਹਰ ਕਰਨਾ, ਇਹਨੂੰ ਮਸੀਤ ਬਣਾ। ਸਿਦਕ ਮਸੱਲਾ, ਪਰਮਾਤਮਾ 'ਤੇ ਅਟੱਲ ਵਿਸ਼ਵਾਸ ਰੱਖਣਾ, ਇਹ ਤੇਰਾ ਮਸੱਲਾ ਹੋਵੇ, ਨਮਾਜ਼ ਪੜ੍ਹਨ ਵਾਲਾ ਕੱਪੜਾ ਹੋਵੇ। ਹੱਕ ਹਲਾਲ ਕੁਰਾਨ, ਹੱਕ ਦੀ ਕਮਾਈ ਖਾਣਾ, ਇਹ ਤੇਰਾ ਕੁਰਾਨ ਹੋਵੇ। ਭਾਵ ਇੱਕ ਤਾਂ ਤੂੰ ਜੀਵਾਂ 'ਤੇ ਮਿਹਰ ਕਰ, ਦੂਜਾ ਪਰਮਾਤਮਾ 'ਤੇ ਸਿਦਕ ਰੱਖ, ਤੀਜਾ ਹੱਕ ਹਲਾਲ ਦੀ ਕਮਾਈ ਕਰ। ਸ਼ਰਮ ਸੁਨਤ, ਮੁਸਲਮਾਨ ਸੁਨਤ ਕਰਦੇ ਨੇ, ਕਹਿੰਦੇ ਮਾੜੇ ਕਰਮਾਂ ਤੋਂ ਸ਼ਰਮ ਕਰਨਾ। ਕਈ ਵਾਰੀ ਭੈੜੇ ਕੰਮ ਕਰਦੇ ਮਨੁੱਖ ਨੂੰ ਆਪ ਹੀ ਸ਼ਰਮ ਆਉਂਦੀ ਹੈ। ਕਹਿੰਦੇ ਜਿਹੜੇ ਭੈੜੇ ਕੰਮਾਂ ਤੋਂ ਸ਼ਰਮ ਕਰਨਾ, ਇਹ ਤੇਰੀ ਸੁਨਤ ਹੋਵੇ। ਸੀਲ ਆ ਕੇ ਫਲਾਣੇ ਦਾ ਬੜਾ ਸੁਭਾਅ ਬੜਾ ਸੀਲ ਹੈ ਜੀ, ਸਾਊ ਹੈ, ਸਾਊ ਸੁਭਾਅ ਤੇਰਾ ਰੋਜ਼ਾ ਹੋਵੇ, ਤੂੰ ਵਰਤ ਰੱਖਣ ਦੇ ਹੋ ਮੁਸਲਮਾਨ, ਤਾਂ ਤੂੰ ਕਦੇ ਮੁਸਲਮਾਨ ਹੋਏਗਾ, ਤਾਂ ਮੁਸਲਮਾਨ। ਹੁਣ ਸਿੱਖ ਕਿਹਨੂੰ ਕਹਿੰਦੇ ਨੇ? ਸਿੱਖੀ ਸਿੱਖਿਆ ਗੁਰ ਵਿਚਾਰ, ਜਿਹਨੇ ਗੁਰੂ ਦੇ ਵਿਚਾਰ ਨੂੰ ਸਿੱਖ ਲਿਆ ਉਹ ਸਿੱਖੀ ਉਹਦੀ, ਉਹ ਸਿੱਖ। ਜੇ ਅਸੀਂ ਗੁਰਬਾਣੀ ਦੇ ਵਿਚਾਰ ਜਿਹੜੇ ਗੁਰਬਾਣੀ ਦੇ ਵਿਚਾਰ ਨੇ ਉਹੀ ਨਹੀਂ ਸਿੱਖਦੇ ਤਾਂ ਅਸੀਂ ਫਿਰ ਸਿੱਖ ਨਹੀਂ ਕਹਿਲਾ ਸਕਦੇ। ਸਿੱਖ ਤਾਂ ਉਹ ਹੈ ਜਿਹੜੇ ਗੁਰਬਾਣੀ ਦੇ ਵਿਚਾਰਾਂ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ।
ਕਹਿੰਦੇ ਇਸ ਲਈ ਮਿਹਰ ਦੀ ਮਸੀਤ ਬਣਾ, ਸਿਦਕ ਨੂੰ ਮਸੱਲਾ ਬਣਾ, ਹੱਕ ਹਲਾਲ ਦੀ ਕਮਾਈ ਨੂੰ ਕੁਰਾਨ ਬਣਾ, ਸ਼ਰਮ ਨੂੰ ਸੁਨਨਤ ਬਣਾ, ਸੀਲ ਸੁਭਾਅ ਨੂੰ ਰੋਜ਼ਾ ਬਣਾ। ਹੋ ਮੁਸਲਮਾਨ, ਫਿਰ ਤੁਸੀਂ ਮੁਸਲਮਾਨ ਹੋ। ਕਰਨੀ ਕਾਬਾ। ਅਰਬ ਦੇਸ਼ ਜਿੱਥੇ ਮੁਹੰਮਦ ਸਾਹਿਬ ਪੈਦਾ ਹੋਏ, ਉਸ ਸਥਾਨ ਨੂੰ ਕਹਿੰਦੇ ਨੇ ਕਾਬਾ। ਜਿਵੇਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਹੋ ਗਿਆ, ਉੱਥੇ ਜਿਹੜਾ ਹਰਿਮੰਦਰ ਸਾਹਿਬ ਹੈ ਉਹ ਸਿੱਖਾਂ ਦਾ ਕਾਬਾ ਹੈ, ਉਹ ਸਿੱਖਾਂ ਦਾ ਕਾਬਾ ਹੈ। ਮੁਹੰਮਦ ਸਾਹਿਬ ਹੁਕਮ ਕਰ ਗਏ ਸਨ ਕਿ ਸਾਰੇ ਮੁਸਲਮਾਨ ਇੱਕ ਵਾਰੀ ਆਪਣੀ ਉਮਰ ਦੇ ਵਿੱਚ ਇੱਥੇ ਕਾਬੇ ਆਓ। ਉਹਨੂੰ ਕਹਿੰਦੇ ਸੀ ਜਿਹੜਾ ਹੱਜ ਕਰਨਾ। ਤੀਰਥ ਸਥਾਨ 'ਤੇ ਜਾਣ ਨੂੰ ਮੁਸਲਮਾਨ ਕਹਿੰਦੇ ਹੱਜ ਕਰਨਾ। ਹਰ ਇੱਕ ਮੁਸਲਮਾਨ ਨੂੰ ਹੁਕਮ ਹੈ ਕਿ ਤੂੰ ਸਾਰੀ ਉਮਰ 'ਚ ਇੱਕ ਵਾਰੀ ਕਾਬੇ ਆਉਣਾ, ਹੱਜ ਕਰਨ ਆਉਣਾ। ਭਾਵ ਉਹ ਸਥਾਨ ਜਿੱਥੇ ਮੁਹੰਮਦ ਸਾਹਿਬ ਪੈਦਾ ਹੋਏ, ਉਸ ਸਥਾਨ ਦੇ ਆ ਕੇ ਤੂੰ ਦਰਸ਼ਨ ਕਰਨੇ। ਉੱਥੇ ਮਸੀਤ ਬਣੀ ਹੋਈ ਹੈ। ਕਰਨੀ ਹੁੰਦਾ ਸ਼ੁਭ ਕਰਮ। ਸ਼ੁਭ ਕਰਮ ਜਿਹੜੇ ਨੇ ਨਾ ਉੱਚੀ ਕਰਨੀ, ਉਹਨੂੰ ਕਾਬਾ ਬਣਾ। ਸੱਚ ਪੀਰ, ਸੱਚੇ ਸੁੱਚੇ ਜੀਵਨ ਨੂੰ ਪੀਰ ਬਣਾ। ਕਲਮਾ ਕਰਮ ਨਿਵਾਜ਼ ਅਤੇ ਸ਼ੁਭ ਕਰਮਾਂ ਨੂੰ ਕਲਮਾ, ਆਪਾਂ ਗੁਰਮੰਤਰ ਕਹਿੰਦੇ ਹਾਂ, ਉਹ ਕੀ ਕਹਿੰਦੇ ਨੇ? ਕਲਮਾ। ਉਹ ਕਲਮਾ ਪੜ੍ਹਦੇ ਨੇ। ਨਿਵਾਜ਼ ਜਿਹਨੂੰ ਨਮਾਜ਼ ਕਹਿੰਦੇ ਨੇ। ਜਿਹੜੇ ਸ਼ੁਭ ਕਰਮ ਨੇ ਇਹ ਤੇਰਾ ਕਲਮਾ ਹੋਣ, ਇਹ ਤੇਰੀ ਨਮਾਜ਼ ਹੋਵੇ। ਜੋ ਸੱਚ ਹੈ ਇਹ ਤੇਰਾ ਪੀਰ ਹੋਵੇ ਅਤੇ ਤੇਰਾ ਉੱਚਾ ਆਚਰਣ ਕਾਬਾ ਹੋਵੇ। ਤਸਬੀਹ ਆਪਾਂ ਮਾਲਾ ਕਹਿੰਦੇ ਹਾਂ, ਫਾਰਸੀ ਤਸਬੀਹ ਕਹਿੰਦੇ ਨੇ। ਤਸਬੀਹ ਸਾ ਤਿਸ ਭਾਵ ਸੀ, ਰੱਬ ਨੂੰ ਚੰਗਾ ਲੱਗਣਾ ਇਹ ਤੇਰੀ ਮਾਲਾ ਹੋਵੇ। ਨਾਨਕ ਰੱਖੈ ਲਾਜ। ਜੇ ਤੇਰੇ 'ਚ ਇਹ ਗੁਣ ਹੋਣਗੇ ਨਾ, ਪਰਮਾਤਮਾ ਤੇਰੀ ਲਾਜ ਰੱਖੇਗਾ। ਇੱਕ ਤਾਂ ਉੱਚਾ ਆਚਰਣ ਹੋਵੇ, ਇੱਕ ਸੱਚਾ ਜੀਵਨ ਹੋਵੇ, ਫਿਰ ਜਿਹੜਾ ਹੈ ਸ਼ੁਭ ਕਰਮਾਂ ਦਾ ਕਲਮਾ ਹੋਵੇ, ਰੱਬ ਨੂੰ ਚੰਗਾ ਲੱਗਣਾ ਇਹ ਤਸਬੀਹ ਹੋਵੇ। ਜਦੋਂ ਇਹ ਗੁਣ ਹੋਣਗੇ ਫਿਰ ਕਿ ਨਾਨਕ ਰੱਖੈ ਲਾਜ, ਪਰਮਾਤਮਾ ਤੇਰੀ ਲਾਜ ਰੱਖੇਗਾ। ਅੱਗੇ ਕਹਿੰਦੇ ਮਹਿਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗਲੀ, ਜੇ ਬਿਨਾਂ ਅਧਿਕ ਤੋਂ ਪੜ੍ਹੇ ਫਿਰ ਗਲੀ ਹੋ ਜਾਏਗਾ। ਸਟਰੀਟ, ਗਲੀ ਗੱਲਾਂ ਬਾਤਾਂ ਨਾਲ। ਗਲੀ ਪਿਸ਼ਤ ਨਾ ਜਾਈਏ, ਪੂਰਾ ਸ਼ਬਦ ਹੈ ਬਹਿਸ਼ਤ। ਆਪਾਂ ਸਵਰਗ ਕਹਿੰਦੇ ਹਾਂ, ਫਾਰਸੀ 'ਚ ਬਹਿਸ਼ਤ ਕਹਿੰਦੇ ਨੇ। ਉਸ ਤੋਂ ਛੋਟਾ ਬਣਨਾ ਹੈ ਪਿਸ਼ਤ। ਗਲੀ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਨਾਨਕ ਗਲੀ ਕੂੜਈ, ਕੂੜੀ ਈੜਨ ਬਿਹਾਰੀ ਬਿੰਦੀ। ਨਾਨਕ ਗਲੀ ਕੂੜਈ, ਕੂੜੋ ਪੱਲੇ ਪਾਏ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰਾਏ ਹੱਕ ਨੂੰ ਖਾਣਾ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ ਅਤੇ ਹਿੰਦੂ ਲਈ ਗਾਂ ਖਾਣ ਦੇ ਬਰਾਬਰ। ਮੁਸਲਮਾਨਾਂ ਨੂੰ ਸੂਰ ਖਾਣਾ ਮਨ੍ਹਾ ਕੀਤਾ ਹੋਇਆ ਹੈ, ਹਿੰਦੂਆਂ 'ਚ ਗਊ ਖਾਣਾ ਮਨ੍ਹਾ ਕੀਤਾ ਹੋਇਆ ਹੈ। ਕਿ ਜਿਹੜਾ ਪਰਾਇਆ ਹੱਕ ਖਾਂਦਾ ਹੈ, ਜਿਹੜਾ ਹਰਾਮ ਦੀ ਕਮਾਈ ਖਾਂਦਾ ਹੈ, ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਮੁਸਲਮਾਨ ਲਈ ਸੂਰ ਖਾਣਾ ਮਨ੍ਹਾ ਅਤੇ ਹਿੰਦੂ ਲਈ ਗਾਂ ਖਾਣਾ ਮਨ੍ਹਾ ਹੈ। ਇਹ ਪਾਪ ਹੈ ਪਰਾਇਆ ਹੱਕ ਖਾਣਾ। ਅਤੇ ਅੱਜ ਤਾਂ ਲੋਕ ਉਸੇ ਮਹਿਕਮੇ ਜਾਂਦੇ ਨੇ ਜਿੱਥੇ ਪਰਾਇਆ ਹੱਕ ਖਾਣ ਨੂੰ ਮਿਲਦਾ। ਕਹਿ ਦੱਸਣ ਹੁੰਦੀ ਕਿਤੇ ਭੁੱਖੇ ਮਰਨਾ ਜੀ। ਹੁਣ ਤਾਂ ਹੋਰ ਵੀ ਜਦੋਂ ਦੀ ਪ੍ਰਾਈਵੇਟ ਨੌਕਰੀਆਂ ਹੋ ਜਾਂਦੀਆਂ ਨੇ, ਇਹ ਪਰਾਇਆ ਹੱਕ ਜ਼ਿਆਦਾ ਖਾਧਾ ਜਾ ਕਰਨਾ।
ਪਹਿਲਾਂ ਤਾਂ ਸੀ ਨਾ, ਹੁਣ ਜੇ ਮੈਂ ਰਿਟਾਇਰ 21 ਸਾਲ ਹੋ ਗਏ ਰਿਟਾਇਰ ਹੋਏ, ਮੈਂ ਕਈ ਵਾਰੀ ਬੈਠਾ ਸੋਚਦਾ ਵੀ ਮੰਨ ਲਓ ਤੂੰ ਪ੍ਰਾਈਵੇਟ ਨੌਕਰੀ 'ਚ ਹੁੰਦਾ, ਤੂੰ ਕਿੰਨੇ ਕੁ ਪੈਸੇ ਇਕੱਠੇ ਕਰ ਲੈਣੇ ਸੀ, 21 ਸਾਲ ਬੈਠ ਕੇ ਖਾਂਦਾ ਰਹਿੰਦਾ ਹੈ, ਮੁੱਕ ਮੱਕ ਜਾਣੇ ਸਨ, ਅਤੇ ਫਿਰ ਪੱਕੀ ਨਹਿਰ ਛਾਲ ਮਾਰਦੇ ਨੇ ਸੀ, ਹੋਰ ਕੀ ਕਰਦੇ ਵੇ, ਹੋਰ ਕਰਦੇ। ਅੱਗੇ ਦੇਖਿਓ 15-20 ਸਾਲਾਂ ਦਾ ਤਮਾਸ਼ਾ ਤੁਸੀਂ, ਪ੍ਰਾਈਵੇਟ ਨੌਕਰੀਆਂ ਨੇ ਥੋੜ੍ਹੀ ਥੋੜ੍ਹੀ ਤਨਖਾਹ ਮਿਲਣੀ ਹੈ, ਉਹ ਜਿਹੜਾ ਮਸਾਂ ਤੁਸੀਂ ਆਪਣਾ ਟੱਬਰ ਪਾਲੋਗੇ, ਰੋ ਧੋ ਕੇ ਘਰ ਬਣਾਓਗੇ, ਜਵਾਕ ਵਿਆਹ ਦਿਓਗੇ, ਤੁਹਾਡੇ ਕੋਲ ਪੈਸੇ ਹੀ ਕੋਈ ਨਹੀਂ ਹੋਣਾ ਰਿਟਾਇਰ ਹੋਣ 'ਤੇ। ਜੋ ਪੈਸੇ ਨਹੀਂ ਹੋਣਾ ਅਤੇ ਅੱਜ ਦੇ ਜਵਾਕ ਨੇ ਤੁਹਾਨੂੰ ਸਾਂਭਣਾ ਨਹੀਂ, ਉਹਨੇ ਸਾਂਭਣਾ ਨਹੀਂ, ਅਤੇ ਫਿਰ ਨਤੀਜਾ ਆਹੀ ਹੈ। ਦੂਰ ਦੀ ਮੈਂ ਸੋਚ ਕੇ ਨਾ, ਸਰਕਾਰ ਨੇ ਪੱਕੀ ਨਹਿਰ ਇਸੇ ਲਈ ਬਣਾਈ ਹੈ ਵੀ ਹੱਥ ਹੀ ਨਾ ਪਵੇ ਕਿਤੇ, ਵੀ ਚੱਲ ਗਿਆ ਇੱਕ ਵਾਰ। ਆਹ ਜਿਹੜੇ ਆਤਮ ਹੱਤਿਆ ਕਰਦੇ ਨੇ ਅਤੇ ਜਿਹੜੇ ਅੱਗੋਂ ਡੋਬੇ 'ਚ ਰੱਖੇ ਹੋਏ ਨਾ ਬਚਾ ਲੈਂਦੇ, ਮੈਨੂੰ ਬੜੇ ਭੈੜੇ ਲੱਗਦੇ ਨੇ। ਮੈਂ ਯਾਰ ਅਗਲਾ ਪਤਾ ਨਹੀਂ ਕਿੰਨਾ ਦੁਖੀ ਸੀ, ਉਹ ਮਰਨ ਜਾਏ, ਤੁਸੀਂ ਬੇਵਕੂਫ ਉਹਨੂੰ ਬਚਾ ਲਿਆ ਹੈ। ਸਾਡੀ ਕਲੋਨੀ ਦੇ ਇੱਕ ਲੜਕਾ ਅਤੇ ਲੜਕੀ ਸਕੇ ਭੈਣ ਭਰਾ ਨੇ, ਦੋਨੋਂ ਹੀ ਕੁਆਲੀਫਾਈਡ ਨੇ, ਬਾਪ ਮਰ ਗਿਆ ਮਗਰੋਂ ਮਾਂ ਮਰ ਗਈ, ਦੋਨਾਂ ਨੂੰ ਨੌਕਰੀ ਨਹੀਂ ਮਿਲੀ ਕੋਈ ਪ੍ਰਾਈਵੇਟ ਵੀ, ਰੋਟੀ ਪਾਣੀ ਦੇ ਲਾਲੇ ਪੈ ਗਏ। ਉਹਨਾਂ ਦੋਨਾਂ ਭੈਣ ਭਰਾ ਨੇ ਸੋਚਿਆ ਵੀ ਨਹਿਰ ਡੁੱਬ ਕੇ ਮਰ ਜਾਓ, ਦੋਨਾਂ ਨੇ ਛਾਲ ਮਾਰਤੀ। ਉਹ ਬਚਾਉਣ ਵਾਲੇ ਨੇ ਕੀ ਹੈ, ਮੁੰਡਾ ਤੇ ਰੁੜ ਗਿਆ, ਮਰ ਗਿਆ, ਉਹ ਕੁੜੀ ਬਚਾ ਲਈ। ਦੱਸੋ ਕੀ ਕਰੇ ਵੀ ਹੈ, ਉਹ ਹੁਣ ਜਿਉਂ ਕੇ ਕੀ ਕਰੇਗੀ। ਉਹ ਜਿੰਨਾ ਬਚਾਈ ਉਹ ਰੋਟੀ ਦੇਣਗੇ ਖਾਣ ਨੂੰ, ਉਂਝ ਹੀ ਬਿਠਾ ਰੱਖਣ ਉੱਥੇ ਵਾਧੂ ਦੇ ਵੀ ਅਗਲਾ ਮਰ ਰਿਹਾ, ਮਰਨ ਦਿਓ ਉਹਨੂੰ। ਹਾਂ ਮੈਂ ਤੁਰਿਆ ਜਾ ਰਿਹਾ, ਅਚਾਨਕ ਮੈਨੂੰ ਗਸ਼ ਪੈ ਗਿਆ, ਡਿੱਗ ਪਿਆ, ਰੁੜ ਗਿਆ ਉਹਦੇ, ਫਿਰ ਤਾਂ ਹੋਰ ਕੋਈ ਗੱਲ ਹੈ। ਮੈਂ ਆਪ ਹੀ ਤੁਹਾਡੇ ਸਾਹਮਣੇ ਵਿੱਚ ਛਾਲ ਮਾਰ ਰਿਹਾ, ਮੈਨੂੰ ਬਚਾਉਣ ਦੀ ਕੀ ਲੋੜ ਹੈ। ਸੋ ਜਾ ਵੀ ਭਾਈ, ਤੇਰੀ ਤਾਂ ਗਤੀ ਹੋਈ, ਨਿਬੜਿਆ ਤੇਰਾ ਕੰਮ। ਹੁਣ ਐਨ ਪਤਾ ਨਹੀਂ ਕਿੰਨੇ ਸਾਲ ਤੋਂ ਮਗਰ ਦੁੱਖ ਭੋਗੀ ਜਾਣਾ ਸੀ। ਸਾਡੀ ਕਲੋਨੀ 2 ਮੀਆਂ ਬੀਬੀ ਸਨ, ਅਗਲੇ ਪਤਾ ਨਹੀਂ ਕਿੰਨੇ ਦੁਖੀ ਹੋਣੇ ਨੇ। ਕਈ ਵਾਰ ਅਗਲਾ ਆਪਣਾ ਦੁੱਖ ਸਾਂਝਾ ਨਹੀਂ ਕਿਸੇ ਨਾਲ ਕਰਦਾ। ਮੀਆਂ ਬੀਬੀ ਨੇ ਦੇਖਿਆ ਵੀ ਕੋਈ ਨੇੜੇ ਤੇੜੇ ਨਹੀਂ ਸਾਨੂੰ ਵੇਖ ਰਿਹਾ, ਦੋਨਾਂ ਨੇ ਇੱਕ ਦੇ ਹੱਥ ਫੜਿਆ, ਛਾਲ ਮਾਰਤੀ ਨਹਿਰ, ਦੋਨੋਂ ਮਰ ਗਏ। ਮਰਨਾ ਕੋਈ ਸੌਖਾ ਨਹੀਂ ਹੈ, ਅਗਲਾ ਪਤਾ ਨਹੀਂ ਕਿੰਨਾ ਕੁ ਦੁਖੀ ਹੁੰਦਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਇਹ ਪਰਾਇਆ ਹੱਕ ਖਾਣ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ, ਹਿੰਦੂ ਲਈ ਗਾਂ ਖਾਣ ਦੇ ਬਰਾਬਰ ਹੈ। ਸਿੱਖਾਂ ਨੂੰ ਵੀ ਗਊ ਖਾਣਾ ਮਨਾ ਕੀਤਾ ਹੋਇਆ ਹੈ, ਇਸ ਲਈ ਸਿੱਖ ਵੀ ਗਾਂ ਨਹੀਂ ਖਾਂਦੇ। ਉਂਝ ਮੈਨੂੰ ਇਸ ਗੱਲ ਦਾ ਜ਼ਰੂਰ ਦੁੱਖ ਹੁੰਦਾ, ਜਦੋਂ ਮੁਸਲਮਾਨਾਂ 'ਚ ਸੂਰ ਖਾਣਾ ਮਨਾ ਕੀਤਾ, ਦੂਜੇ ਲੋਕ ਦੂਜੀਆਂ ਧਰਮਾਂ ਦੇ ਲੋਕ ਸੂਰ ਖਾਂਦੇ ਨੇ, ਪਰ ਉਹ ਸਾਨੂੰ ਨਹੀਂ ਕੁੱਟਦੇ ਮਾਰਦੇ ਕਿ ਤੁਸੀਂ ਸਾਡੇ ਧਰਮ ਅਨੁਸਾਰ ਸੂਰ ਖਾਣਾ ਮਨਾ, ਤੁਸੀਂ ਕਿਉਂ ਸਾਨੂੰ ਤੁਸੀਂ ਸੂਰ ਕਿਉਂ ਖਾਂਦੇ। ਕੋਈ ਵਿਚਾਰਾ ਗਾਂ ਨੂੰ ਮਾਰ ਕੇ ਖਾਂਦਾ, ਉਹਨੂੰ ਕੁੱਟਣ ਪੈਂਦੇ, ਉਹਨੂੰ ਮਾਰਨ ਤੱਕ ਜਾਂਦੇ ਨੇ ਵੀ ਤੁਸੀਂ ਫਿਰ ਉਹਨਾਂ ਦਾ ਸੂਰ ਕਿਉਂ ਖਾ ਰਹੇ ਹੋ। ਵੀ ਜੇ ਤੁਹਾਡੀ ਗਾਂ ਤੁਹਾਡੇ ਲਈ ਪਵਿੱਤਰ ਹੈ, ਉਹਨਾਂ ਲਈ ਹੋ ਸਕਦਾ ਸੂਰ ਹੋਵੇ, ਫਿਰ ਉਹਨਾਂ ਦਾ ਸੂਰ ਵੀ ਨਾ ਖਾਓ, ਪਰ ਫਿਰ ਸ਼ਾਬਾਸ਼ ਉਹਨਾਂ ਦੇ, ਉਹ ਕੁਛ ਨਹੀਂ ਕਹਿੰਦੇ, ਖਾਈ ਜਾਓ ਭਾਈ। ਇਸ ਲਈ ਕਹਿੰਦੇ ਗੁਰ ਪੀਰ ਹਮ ਤਾਂ ਪਰ, ਹਮ ਮਨੇ ਹਮ ਹੀ, ਗੁਰੂ ਪੀਰ ਹਮ ਹੀ ਤਾਂ ਹੀ ਭਰਨਗੇ ਜਾਂ ਮੁਰਦਾਰ ਨਾ ਖਾਏ। ਜੇ ਤੁਸੀਂ ਹਰਾਮ ਦੀ ਕਮਾਈ ਨਹੀਂ ਖਾਵਾਂਗੇ, ਹਰਾਮ ਦੀ ਕਮਾਈ ਖਾ ਰਹੇ, ਉੱਤੋਂ ਕੋਈ ਮੁਸੀਬਤ ਆ ਗਈ ਹੈ, ਗੁਰਦੁਆਰੇ ਜਾ ਰਿਹਾ ਸਿੱਖ ਵੀ ਸੱਚੇ ਪਾਤਸ਼ਾਹ ਗਲਤੀ ਹੋ ਗਈ ਹੈ ਜੀ, ਮੈਨੂੰ ਕਿਸ ਤਰ੍ਹਾਂ ਬਚਾ ਲਓ ਜੀ, ਮੈਨੂੰ ਕੁੱਟ ਨਾ ਪਵੇ ਜੀ, ਮੈਨੂੰ ਜੇਲ੍ਹ ਨਾ ਹੋਵੇ। ਗੁਰੂ ਮਾਰ ਕੇ ਕਿੱਥੇ ਲਿਖਿਆ ਸੀ ਵੀ ਤੂੰ ਹਰਾਮ ਦੀ ਕਮਾਈ ਖਾ। ਜੇ ਦਫਾ ਕੋਈ ਹਮ ਹੀ ਨਹੀਂ ਭਰਦਾ ਗੁਰੂ, ਉਹ ਨੱਕ ਰਗੜੀ ਜਾਓ ਗੁਰਦੁਆਰੇ ਜਾ ਕੇ, ਜਿਹੜੇ ਮਰਜ਼ੀ ਰਗੜ ਲਓ। ਬਾਣੀ ਸਾਫ਼ ਹੀ ਕਹਿੰਦੇ ਕਿਸੇ ਗੁਰੂ ਪੀਰ ਨੇ ਤੁਹਾਡੀ ਹਮ ਹੀ ਨਹੀਂ ਭਰਨਾ ਜੇ ਤੁਸੀਂ ਮੁਰਦਾਰ ਖਾਂਦੇ ਹੋ, ਹਰਾਮ ਦੀ ਕਮਾਈ ਖਾਂਦੇ ਹੋ। ਰਿਸ਼ਵਤ ਲੈਂਦਾ ਫੜਿਆ ਗਿਆ, ਗੁਰੂ ਮੈਂ ਫੜਿਆ ਜਾ ਮੈਂ ਕਰੋ, ਮਿਲਾਵਟ ਕਰਦਾ ਫੜਿਆ ਗਿਆ, ਚੱਲ ਪਈ। ਨਸ਼ੇ ਵੇਚਦਾ ਫੜਿਆ ਗਿਆ, ਚੱਲ ਪਈ। ਗੁਰੂ ਮਾਰੇ ਕੋਈ ਹਮ ਹੀ ਨਹੀਂ ਭਰਦਾ, ਉਹਦੇ ਸੁਣਦਾ ਹੀ ਨਹੀਂ। ਤੁਸੀਂ ਹਰਾਮ ਦੀ ਕਮਾਈ 10,000 ਗੁਰੂ ਬਾਰੇ ਮੱਥਾ ਟੇਕ ਦਿਓ, ਉਹ ਤੁਹਾਡੇ ਪੈਸੇ ਨਾਲ ਵੇਖਦੇ ਹੀ ਨਹੀਂ,
ਉਹ ਨਹੀਂ ਵੇਖਦੇ, ਇਹ ਤਾਂ ਹਰਾਮ ਦੀ ਕਮਾਈ ਹੈ। ਤੂੰ 10 ਨੌਂ ਦੀ ਕਿਰਤ ਜੋ ਕੀ ਦੇ ਰਿਹਾ ਹੈ। ਇੱਕ ਵਾਰੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਕੋਲ ਇੱਕ ਬੰਦਾ ਆਇਆ, ਉਹਨੇ 10,000 ਰੁਪਏ ਮੱਥਾ ਟੇਕਿਆ। ਉਹ ਜ਼ਮਾਨੇ ਤਾਂ ਹੁਣ ਤਾਂ ਲੱਖ ਵਰਗਾ ਹੋਣਾ। ਉਹ ਮਹਾਂਪੁਰਖਾਂ ਦੇ 10,000 ਵੱਲ ਨਹੀਂ ਵੇਖਿਆ। ਉਹ ਭਾਈ ਉੱਥੇ ਬੈਠਾ, ਇੱਕ ਮਾਈ ਆਈ, ਉਹਨੇ 1 ਰੁਪਈਆ ਮੱਥਾ ਟੇਕਿਆ। ਮਹਾਂਪੁਰਖਾਂ ਨੇ ਉਹ ਹੱਥ 'ਚ ਫੜ ਲਿਆ, ਉਹਨੂੰ ਹੱਥ 'ਚ ਫੜ ਲਿਆ, ਜਿਵੇਂ ਆਪ ਕਿਸੇ ਚੀਜ਼ ਨੂੰ ਪਲੋਸਦੇ ਆ, ਐਂ ਕਰਦੇ ਰਹੋ। ਜਦੋਂ ਮਾਈ ਚਲੀ ਗਈ, ਉਹ ਬੰਦਾ ਪੁੱਛਦਾ, ਮਹਾਰਾਜ ਜੀ ਮੈਂ 10,000 ਮੱਥਾ ਟੇਕਿਆ, ਤੁਸੀਂ ਮੇਰੇ ਪੈਸਿਆਂ ਵੱਲ ਨਹੀਂ ਵੇਖਿਆ, ਇਹ ਮਾਈ ਦੇ 1 ਰੁਪਈਏ ਨੂੰ ਕਿੰਨਾ ਤੁਸੀਂ ਕਰ ਰਹੇ ਹੋ। ਕਹਿੰਦੇ ਭਰਾਵਾ ਸੱਚ ਪੁੱਛਦਾ, ਇਹ ਤੇਰੀ ਹਰਾਮ ਦੀ ਕਮਾਈ, ਅਸੀਂ ਕੀ ਕਰਨੀ ਇਹਨੂੰ। ਉਹ ਮਾਈ ਦੇ 1 ਰੁਪਈਏ 10 ਨੌਂ ਦੀ ਕਿਰਤ ਸੀ, ਇਸੇ ਸਾਨੂੰ ਪਿਆਰਾ ਲੱਗਦਾ ਹੈ। ਸੋ ਚਾਹੇ ਲੱਖ ਰੁਪਈਆ ਗੁਰਦੁਆਰੇ ਦਾਨ ਕਰ ਦਿਓ ਹਰਾਮ ਦੀ ਕਮਾਈ 'ਚੋਂ, ਅਸੀਂ ਤਾਂ ਉਹਦੀ ਅਰਦਾਸ ਕਰ ਦਿਆਂਗੇ। ਕਰਦੇ ਠੀਕ ਹੈ ਜੀ, ਵੀ ਗੁਰਦੁਆਰਾ ਸਾਹਿਬ ਲਈ 1 ਲੱਖ ਦਾਨ ਕੀਤਾ ਜੀ, ਕਿਰਤ ਕਮਾਈ 'ਚ ਵਾਧੇ ਕਰਨੇ ਜੀ, ਕਿ ਸਾਨੂੰ ਕੀ ਪਤਾ ਹਰਾਮ ਦੇ ਦੂਜੇ। ਗੁਰੂ ਮਹਾਰਾਜ ਨੇ ਪ੍ਰਵਾਨ ਨਹੀਂ ਕਰਨੀ। ਸੋ ਤਾਂ ਕਹਿੰਦੇ ਨੇ ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਦੋਂ ਬੰਦਾ ਹਰਾਮ ਦੀ ਕਮਾਈ ਨਹੀਂ ਖਾਏਗਾ, ਫਿਰ ਗੁਰੂ ਪੀਰ ਉਹਦੀ ਹਾਮੀ ਭਰਦੇ ਨੇ। ਗੱਲੀ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਗੱਲਾਂ ਬਾਤਾਂ ਨਾਲ ਕੋਈ ਸਵਰਗ 'ਚ ਨਹੀਂ ਜਾ ਸਕਦਾ, ਇਹ ਤਾਂ ਸੱਚ ਕਮਾਏ। ਜਦੋਂ ਨਾਮ ਦੀ ਕਮਾਈ ਕਰੇਗਾ ਤਾਂ ਉਹਦਾ ਛੁਟਕਾਰਾ ਹੁੰਦਾ ਜੰਮਣ ਮਰਨ ਤੋਂ। ਨਾਮ ਜਪ ਕੇ ਹੀ ਜਿਹੜਾ ਤੁਸੀਂ ਸਵਰਗਾਂ ਨੂੰ ਜਾ ਸਕਦੇ ਹੋ, ਕਹਿੰਦੇ ਗੱਲਾਂ ਬਾਤਾਂ ਨਾਲ ਨਹੀਂ ਜਾਇਆ ਜਾ ਸਕਦਾ। ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਹਰਾਮ ਦਾ ਮਾਲ ਹੈ, ਮਾਰਨ ਦੇ ਮਸਾਲੇ। ਹਰਾਮ ਦੀ ਚੀਜ਼ ਨੂੰ ਤੜਕੇ ਫੜਕੇ ਲਾਤੇ ਹਨ ਜੀ, ਕਹਿੰਦੇ ਉਹ ਹਲਾਲ ਨਹੀਂ ਹੁੰਦਾ, ਉਹ ਹਲਾਲ ਨਹੀਂ ਹੋਣਾ। ਹਰਾਮ ਦਾ ਮਾਲ ਹਰਾਮ ਦਾ ਹੀ ਰਹਿਣਾ, ਉੱਤੋਂ ਭਾਵੇਂ ਜੋ ਮਰਜ਼ੀ ਸ਼ੋਅ ਕਰੀ ਜਾ, ਉਹ ਹਲਾਲ ਦਾ ਨਹੀਂ ਹੋਣਾ, ਉਹ ਹੱਕ ਕਮਾਈ ਦਾ ਨਹੀਂ ਹੋਣਾ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਕੂੜ ਝੂਠ ਨਾਸ਼ਵਾਨ, ਗਲਤ ਗੱਲਾਂ, ਕਹਿੰਦੇ ਭੈੜੀਆਂ ਗੱਲਾਂ ਨਾਲ ਕੂੜ ਹੀ ਪੱਲੇ ਪੈਣਾ। ਸੱਚ ਪੱਲੇ ਪਵੇ ਤਾਂ ਕੋਈ ਗੱਲ ਬਣੇ, ਕੂੜ ਪੱਲੇ ਪੈਣੇ ਉਹਦਾ ਕਿਆ ਫਾਇਦਾ ਹੈ। ਮਹਿਲਾ ਪਹਿਲਾ। 5 ਨਿਵਾਜ਼ਾਂ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪਰ ਨਿਵਾਜ਼ਾਂ। ਵਕਤ 5 ਪੰਜਾਂ ਪੰਜੇ 9। ਪਹਿਲਾ ਸੱਚ ਹਲਾਲ ਦੋਏ। ਤੀਜਾ ਖੈਰ ਖੁਦਾਏ। ਖੈਰ ਕੱਖੇ ਦੇ ਪੈਰ 'ਚ ਬਿੰਦੀ, ਖੁਦਾਏ ਕੱਖੇ ਦੇ ਪੈਰ 'ਚ ਬਿੰਦੀ, ਫਾਰਸੀ ਦੇ ਸ਼ਬਦ ਨੇ। ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ। ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਕਹਿੰਦੇ 5 ਨਮਾਜ਼ਾਂ, ਵਕਤ 5। ਵਕਤ ਮੈਨੇ ਵਕਤ। ਮੁਸਲਮਾਨਾਂ ਨੇ ਕਹਿ ਰਹੇ ਤੁਹਾਡੀ 5 ਨਮਾਜ਼ਾਂ ਨੇ, ਅਤੇ 5 ਨੂੰ ਪੜ੍ਹਨ ਦਾ ਟਾਈਮ ਵੀ ਨਿਸ਼ਚਿਤ ਹੈ। ਕੋਈ ਸਵੇਰ ਦੀ ਹੈ, ਕੋਈ 11 ਵਜੇ ਦੀ ਹੈ, ਕੋਈ 1:30 ਵਜੇ ਦੀ ਹੈ, ਕੋਈ ਸ਼ਾਮ ਦੀ ਹੈ, ਕੋਈ ਰਾਤ ਦੀ ਹੈ। ਜਿਵੇਂ ਆਪਾਂ ਵੀ 3 ਵਾਰੀ ਕਰਦੇ ਹਾਂ, ਸਵੇਰੇ 5 ਬਾਣੀਆਂ ਪੜ੍ਹਦੇ ਹਾਂ, ਸ਼ਾਮ ਨੂੰ ਰਹਿਰਸ ਉਦੋਂ ਛੋਟੀ ਹੈ, ਰਾਤ ਨੂੰ ਸੌਣ ਵੇਲੇ ਸੋਲ੍ਹਾ ਸਾਹਿਬ ਉਦੋਂ ਛੋਟਾ ਹੈ। ਇਸ ਤਰ੍ਹਾਂ ਇਹਨਾਂ ਦੀਆਂ ਨਮਾਜ਼ਾਂ ਦੇ ਵੀ ਟਾਈਮ ਨੇ। 5 ਨਮਾਜ਼ਾਂ ਨੇ, ਕਹਿੰਦੇ 5 ਹੀ ਤੁਹਾਡੇ ਟਾਈਮ ਨੇ। 5 ਪੰਜੇ 9 ਅਤੇ 5 ਨਮਾਜ਼ਾਂ ਦੇ ਅੱਡ-ਅੱਡ 5 ਨਾਮ ਨੇ। ਪਰ ਕਹਿੰਦੇ ਪਹਿਲਾ ਸੱਚ, ਪਹਿਲੀ ਨਮਾਜ਼ ਹੈ ਸੱਚ, ਸੱਚ ਦੇ ਅਨੁਸਾਰ ਜੀਵਨ ਜਿਉਣਾ। ਹਲਾਲ ਦੋਏ, ਅਤੇ ਦੂਜੀ ਨਮਾਜ਼ ਹੈ ਹੱਕ ਹਲਾਲ ਦੀ ਕਮਾਈ ਖਾਣਾ। ਤੀਜਾ ਖੈਰ ਖੁਦਾਏ,
ਖੈਰ ਹੁੰਦਾ ਦਾਨ, ਤੇ ਤੀਜੇ ਖੁਦਾ ਦੇ ਨਾਮ ਤੇ ਦਾਨ ਕਰਨਾ। ਚੌਥੀ ਨੀਅਤ ਰਾਸ ਮਨ, ਤੇ ਚੌਥੀ ਨਮਾਜ਼ ਹੈ ਨੀਅਤ ਤੇ ਮਨ ਰਾਸ ਹੁੰਦਾ ਸਹੀ ਹੋਵੇ। ਜੇ ਨੀਅਤ ਹੀ ਠੀਕ ਨਹੀਂ, ਕਹਿੰਦੇ ਫਿਰ ਨਮਾਜ਼ ਪੜ੍ਹੀ ਜੈਸੇ ਨਾ ਪੜ੍ਹੇ। ਨੀਅਤ ਤੇ ਮਨ ਰਾਸ ਸਹੀ ਚਾਹੀਦੇ ਨੇ। ਪੰਜਵੀਂ ਸਿਫਤ ਸੁਣਾਏ, ਪੰਜਵੀਂ ਨਮਾਜ਼ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਸੁਣਾਏ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਵਡਿਆਈ। ਪਰਮਾਤਮਾ ਦੀ ਸਿਫਤ ਕਰਨਾ, ਪਰਮਾਤਮਾ ਦੀ ਵਡਿਆਈ ਕਰਨਾ, ਇਹ ਪੰਜਵੀਂ ਨਮਾਜ਼ ਹੈ। ਕਿ ਇਹ ਨਾ ਵੀ ਮੇਰੀ ਨਮਾਜ਼ ਪੜ੍ਹੀ ਜਾਂਦੇ ਹੋ ਅਤੇ ਗੁਣ ਅੰਦਰ ਹੋਵੇ ਹੀ ਨਾ। ਜੇ ਬਾਣੀ ਪੜ੍ਹਨੀ ਹੈ ਤਾਂ ਫਿਰ ਅੰਦਰ ਗੁਣ ਵੀ ਹੋਣੇ ਚਾਹੀਦੇ ਨੇ, ਤਾਂ ਹੀ ਪ੍ਰਵਾਨ ਹੋਏਗੀ ਨਾ। ਤਾਂ ਕਹਿੰਦੇ ਵੀ ਪਹਿਲੀ ਨਮਾਜ਼ ਜਿਹੜੀ ਤੁਸੀਂ ਪੜ੍ਹਦੇ ਹੋ ਨਾ, ਇਹ ਹੈ ਸੱਚ ਅਨੁਸਾਰ ਜੀਵਨ ਜਿਉਣਾ। ਸਮਝੋ ਤੁਹਾਡੀ ਪਹਿਲੀ ਨਮਾਜ਼। ਹੱਕ ਹਲਾਲ ਦੀ ਕਮਾਈ ਖਾਣਾ, ਇਹ ਸਮਝੋ ਤੁਹਾਡੀ ਦੂਜੀ ਨਮਾਜ਼ ਹੈ। ਖੁਦਾ ਦੇ ਨਾਮ 'ਤੇ ਦਾਨ ਕਰਨਾ, ਇਹ ਤੀਜੀ ਨਮਾਜ਼ ਹੈ। ਮਨ ਅਤੇ ਨੀਅਤ ਨੂੰ ਰਾਸ ਕਰਨਾ, ਇਹ ਚੌਥੀ ਨਮਾਜ਼ ਹੈ। ਅਤੇ ਪਰਮਾਤਮਾ ਦੀ ਸਿਫਤ ਸਲਾਹ ਕਰਨਾ, ਇਹ ਪੰਜਵੀਂ ਨਮਾਜ਼ ਹੈ। ਕਰਨੀ ਕਲਮਾ ਆਖ ਕਹਿ, ਕਲਮਾ ਹੁੰਦਾ ਗੁਰਮੰਤਰ ਜਿਹੜਾ ਪੜ੍ਹਦੇ ਆਪਾਂ। ਇਹ ਜਿਹੜਾ ਹੈ ਜਿਵੇਂ ਪਸ਼ੂ ਨੂੰ ਮਾਰਦੇ ਨੇ, ਛੁਰੀ ਹੁੰਦੀ ਹੈ, ਹੌਲੀ ਹੌਲੀ ਉਹਦੇ ਧੌਣ 'ਤੇ ਘਸਾਈ ਜਾਂਦੇ ਨੇ, ਨਾਲ ਕਲਮਾ ਪੜ੍ਹੀ ਜਾਂਦੇ ਨੇ, ਕਲਮਾ ਪੜ੍ਹੀ ਜਾਂਦੇ ਨੇ ਵੀ ਹਾਂ ਇਹ ਹੁਣ ਹੱਕ ਹਲਾਲ ਦਾ ਹੋ ਰਿਹਾ ਹੈ, ਇਹ ਖਾਧਾ ਜਾ ਸਕਦਾ ਹੈ। ਕਹਿੰਦੇ ਕਰਨੀ ਕਲਮਾ ਆਖ ਕੇ, ਕਰਨੀ ਦੇ ਸ਼ੁਭ ਕਰਮ, ਸ਼ੁਭ ਕਰਮਾਂ ਨੂੰ ਕਲਮਾ ਬਣਾਓ। ਤੁਹਾਡਾ ਜਿਹੜਾ ਗੁਰਮੰਤਰ ਹੈ ਸ਼ੁਭ ਕਰਮ ਹੋਣ, ਤਾਂ ਮੁਸਲਮਾਨ ਸਦਾਏ, ਤਾਂ ਤੂੰ ਮੁਸਲਮਾਨ ਕਹਾ ਸਕਦਾ ਹੈ। ਇਹ ਸਿਰ ਗੁਰਬਾਣੀ 'ਚ ਜਿਹੜੀ ਗੱਲ ਆ ਜੇ ਉਹ ਕਿਸੇ ਇੱਕ ਕੌਮ ਲਈ ਨਹੀਂ ਹੁੰਦੀ, ਯਾਦ ਰੱਖਣਾ। ਕਿਤੇ ਸਿੱਖ ਸਮਝੇ ਤਾਂ ਮੁਸਲਮਾਨ ਨੂੰ ਕਿਹਾ, ਜੋ ਉਹਨੂੰ ਕਿਹਾ ਨਾ ਆਹ ਗੁਣ ਤੇਰੇ ਚਾਹੀਦੇ ਨੇ, ਉਹੀ ਗੁਣ ਸਿੱਖ 'ਚ ਚਾਹੀਦੇ ਨੇ। ਇਹ ਨਾ ਸੋਚੋ ਵੀ ਤਾਂ ਮੁਸਲਮਾਨ ਨੂੰ ਕਿਸੇ ਨੂੰ ਕਹਿ ਰਹੇ ਨੇ। ਬਾਣੀ ਜਿਹੜੀ ਹੈ ਸਭ ਲਈ ਹੈ, ਭਾਵੇਂ ਕਿਸੇ ਦੇ ਪਰਥਾਏ ਬੋਲੀ ਜਾਂਦੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਕਈ ਵਾਰੀ ਤੁਹਾਨੂੰ ਵਿੱਚ ਕਥਾਵਾਂ ਸੁਣਾਉਂਦੇ ਕਿ ਨਹੀਂ, ਉਹ ਇਕੱਲੇ ਸਿੱਖਾਂ ਲਈ ਨਹੀਂ ਹੁੰਦੀਆਂ। ਉਹ ਜਿਹੜੀ ਕਥਾ ਤੋਂ ਸਿੱਖਿਆ ਮਿਲਦੀ ਉਹ ਤਾਂ ਸਭ ਲਈ ਸਾਂਝੀ ਹੈ। ਜਿਹੜੀ ਗੁਰਬਾਣੀ 'ਚ ਸਿੱਖਿਆ ਦਿੱਤੀ ਹੈ ਉਸ ਨੂੰ ਕਈ ਵਾਰੀ ਦ੍ਰਿੜ ਕਰਾਉਣ ਲਈ ਕਥਾ ਸੁਣਾਈ ਜਾਂਦੀ ਹੈ, ਤਾਂ ਜੋ ਗੁਰਬਾਣੀ ਦੀ ਸਿੱਖਿਆ ਦ੍ਰਿੜ ਹੋ ਜਾਏ। ਸਾਨੂੰ ਸਿਰਫ ਕਥਾਵਾਂ ਇਸ ਲਈ ਸੁਣਾਈ ਜਾਂਦੀਆਂ, ਜੀ ਲਾਉਣ ਲਈ ਨਹੀਂ, ਰੌਣਕ ਮੇਲੇ ਲਈ ਨਹੀਂ, ਉਸ ਗੱਲ ਨੂੰ ਦ੍ਰਿੜ ਕਰਾਉਣ ਲਈ ਹੈ। ਨਾਨਕ ਜੇਤੇ ਕੂੜਿਆਰ, ਤੇ ਜਿਹਨੇ ਕੂੜਿਆਰ ਨੇ, ਹਰਾਮ ਦੀ ਕਮਾਈ ਕਰਨ ਵਾਲੇ ਨੇ, ਝੂਠ ਬੋਲਣ ਵਾਲੇ ਨੇ, ਮਾੜੇ ਕੰਮ ਕਰਨ ਵਾਲੇ। ਕੂੜਾ ਕੂੜੀ ਪਾਏ, ਪਾਏ ਹੁੰਦੀ ਇੱਜ਼ਤ, ਅਤੇ ਉਹਦੀ ਇੱਜ਼ਤ ਵੀ ਕੂੜੀ, ਥੋੜ੍ਹੀ ਦੇਰ ਰਹਿਣ ਵਾਲੀ ਹੁੰਦੀ। ਕੂੜ ਦਾ ਮਤਲਬ ਹੈ ਜਿਹੜਾ ਥੋੜ੍ਹੀ ਦੇਰ ਰਹਿਣ ਵਾਲਾ, ਸੱਚ ਜਿਹੜਾ ਹੈ ਹਮੇਸ਼ਾ ਰਹਿਣ ਵਾਲਾ। ਤਾਂ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਥੋੜ੍ਹੀ ਦੇਰ ਰਹਿਣ ਵਾਲੀ। ਪੌੜੇ ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚੈ ਦੇ ਵਾਪਾਰਾ। ਸਤਿਗੁਰ ਤੁਠੈ ਪਾਈਨ, ਅੰਦਰ ਰਤਨ ਭੰਡਾਰਾ। ਵਿਨ ਗੁਰ ਕਿਨੇ ਨਾ ਲੱਧਿਆ, ਅੰਧੇ ਭੌਂਕ ਮੂਏ ਕੁੜਿਆਰਾ। ਮਨਮੁਖ ਦੂਜੈ ਪਚ ਮੂਏ, ਨਾ ਬੂਝੈ ਵਿਚਾਰਾ। ਇਕਸ ਬਾਝੋ ਦੂਜਾ ਕੋ ਨਹੀਂ, ਕਿਸ ਅੱਗੇ ਕਰਹਿ ਪੁਕਾਰਾ। ਇੱਕ ਨਿਰਧਨ ਸਦਾ ਭੌਂਕਦੇ, ਇੱਕ ਨਾ ਭਰੇ ਤੁਜਾਰਾ। ਵਿਨ ਨਾਮੈ ਹੋਰ ਧਨ ਨਾਹੀਂ, ਹੋਰ ਵਿਖਿਆ ਸਭ ਛਾਰਾ। ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰਨ ਹਾਰਾ। ਇੱਕ ਰਤਨ ਪਦਾਰਥ ਬਣਦੇ, ਇੱਕ ਕੱਕੇ ਨੂੰ ਸਿਆਰੀ ਲੱਗੀ ਹੈ, ਅਰਥ ਹੈ ਕਈ। ਰਤਨ ਪਦਾਰਥ ਨਾਮ ਨੂੰ ਕਹਿੰਦੇ ਨੇ, ਕਈ ਨਾਮ ਦਾ ਵਪਾਰ ਕਰਦੇ ਨੇ। ਇੱਕ ਕੱਚੇ ਦਾ ਵਪਾਰ ਅਤੇ ਕਈ ਮਾਇਆ ਦਾ ਵਪਾਰ ਕਰਦੇ ਨੇ।
ਕੋਈ ਤੇ ਨਾਮ ਦਾ ਵਪਾਰ ਕਰਨਾ ਹੈ ਤੇ ਕੋਈ ਮਾਇਆ ਦਾ ਵਪਾਰ ਕਰਨਾ ਹੈ। ਸਤਿਗੁਰ ਤੁਠੈ ਪਾਈਨ ਅੰਦਰ ਰਤਨ ਭੰਡਾਰਾ। ਤੁਠੈ ਹੁੰਦਾ ਮਿਹਰਬਾਨ ਹੋਣ ਨਾਲ, ਗੁਰੂ ਦੇ ਮਿਹਰਬਾਨ ਹੋਣ ਨਾਲ ਅੰਦਰ ਨਾਮ ਦਾ ਭੰਡਾਰਾ ਪੈਦਾ ਹੋ ਜਾਂਦਾ ਹੈ। ਨਾਮ ਜਪੀ ਜਾਂਦਾ ਬੰਦਾ, ਨਾਮ ਧਨ ਇਕੱਠਾ ਹੁੰਦਾ, ਭੰਡਾਰ ਇਕੱਠਾ ਹੋ ਜਾਂਦਾ। ਵਿਨ ਗੁਰ ਕਿਨ ਨਾ ਲੱਧਿਆ, ਲੱਧਿਆ ਮੈਨੇ ਲੱਭਿਆ। ਅੰਧੇ ਭੌਂਕ ਮੂਏ ਕੁੜਿਆਰਾ। ਭੌਂਕ ਦਾ ਮਤਲਬ ਭਟਕਣਾ, ਅੰਧੇ ਭਾਵ ਅਗਿਆਨੀ। ਜਿਹੜੇ ਅਗਿਆਨੀ ਨੇ, ਜਿਹੜੇ ਕੂੜਿਆਰ ਹਨ, ਉਹ ਭਟਕ ਭਟਕ ਕੇ ਮਰ ਜਾਂਦੇ ਹਨ। ਪਰ ਗੁਰੂ ਤੋਂ ਬਿਨਾਂ ਉਹਨਾਂ ਨੂੰ ਨਾਮ ਰਤਨ ਨਹੀਂ ਮਿਲਦਾ, ਉਹਨਾਂ ਨਾਮ ਨਹੀਂ ਲੱਭਦਾ। ਮਨਮੁਖ ਦੂਜੇ ਪਛ ਮੂਏ। ਜਿਹੜੇ ਮਨਮੁਖ ਨੇ, ਦੂਜੇ ਹੁੰਦਾ ਮਾਇਆ, ਪਛ ਹੁੰਦਾ ਖੁਆਰ ਹੋਣਾ। ਮਨਮੁਖ ਨੇ ਮਾਇਆ ਦੀ ਖੁਆਤਰ ਖੁਆਰ ਹੋ ਕੇ ਮਰ ਜਾਂਦੇ ਹਨ। ਨਾ ਬੂਝੇ ਵਿਚਾਰ, ਉਹ ਤੇ ਗੁਰੂ ਦੇ ਵਿਚਾਰ ਨੂੰ ਸਮਝਦੇ ਹੀ ਨਹੀਂ, ਉਹ ਤੇ ਬਾਣੀ ਪੜ੍ਹਦੇ ਹੀ ਨਹੀਂ, ਉਹ ਤੇ ਨਾਮ ਜਪਦੇ ਹੀ ਨਹੀਂ। ਇੱਕ ਸਬਾਜੋ ਦੂਜਾ ਕੋ ਨਹੀਂ, ਕਿਸ ਅੱਗੇ ਕਰੇ ਪੁਕਾਰ। ਪੁਕਾਰ ਕਰ ਲਈ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਪਰਮਾਤਮਾ ਨੂੰ ਮੰਨਦੇ ਨਹੀਂ, ਇਸ ਲਈ ਕਿਹਦੇ ਅੱਗੇ ਪੁਕਾਰ ਕਰਨ। ਪੁਕਾਰ ਤੇ ਸੁਣਨੀ ਪਰਮਾਤਮਾ ਨੇ, ਤੇ ਉਹਦੇ ਅੱਗੇ ਕਰਦੇ ਨਹੀਂ ਹੈਗੇ। ਇੱਕ ਨਿਰਧਨ ਸਦਾ ਭੌਂਕਦੇ, ਇੱਥੇ ਭੌਂਕਦੇ ਮੈਂ ਭਟਕਦੇ ਰਹਿੰਦੇ ਨੇ। ਕਈ ਗਰੀਬ ਨੇ, ਸਦਾ ਭਟਕਦੇ ਰਹਿੰਦੇ ਨੇ ਵਿਚਾਰੇ, ਰੋਟੀ ਦੇ ਫਿਕਰ ਪਿਆ ਰਹਿੰਦਾ। ਇੱਕ ਨਾ ਭਰੇ ਤੁਜਾਰਾ, ਤੁਜਾਰਾ ਦਾ ਭੰਡਾਰੇ, ਕਈਆਂ ਦੇ ਭੰਡਾਰੇ ਭਰੇ ਰਹਿੰਦੇ ਨੇ। ਪਹਿਲਾਂ ਨਾ ਭੜੋਲੀਆਂ ਭੜੋਲੇ ਹੁੰਦੇ ਸੀ, ਜੇ ਪੁਰਾਣੇ ਬੰਦੇ ਨੂੰ ਪਤਾ ਹੋਏਗਾ, ਉਹਨੇ ਦਾਣੇ ਪਾਉਂਦੇ ਹੁੰਦੇ ਸਨ, ਵੱਡੇ ਵੱਡੇ ਭੜੋਲੇ ਹੁੰਦੇ ਸਨ। ਅੱਜ ਕੱਲ੍ਹ ਤਾਂ ਡਰਮ ਆ ਗਏ ਨਾ, ਉਦੋਂ ਮਿੱਟੀ ਦੇ ਬਣਾ ਲਿਆ ਕਰਦੇ ਸਨ। ਅੱਗੇ ਢੱਕਣ ਜਿਹਾ ਨੂੰ ਲਾਇਆ ਹੁੰਦਾ ਸੀ, ਜਦੋਂ ਵਿੱਚੋਂ ਦਾਣੇ ਕੱਢੇ ਢੱਕਣ ਜਿਹਾ ਖੋਲ੍ਹ ਲੈਣ, ਮਗਰੋਂ ਫਿਰ ਲਾ ਦੇਣਾ। ਉਹ ਤੁਜਾਰੇ ਹੁੰਦੇ, ਭੜੋਲੇ ਹੁੰਦੇ ਸੀ, ਭੰਡਾਰੇ ਹੁੰਦੇ ਸਨ। ਕਈ ਵਿਚਾਰੇ ਗਰੀਬ ਨੇ, ਉਹ ਭਟਕ ਰਹੇ ਨੇ, ਇੱਕ ਇੱਕ ਰੋਟੀ ਨੂੰ ਭਟਕ ਰਹੇ ਨੇ। ਕਈਆਂ ਦੇ ਭਾਈ ਤੁਜਾਰੇ ਭਰੇ, ਭੰਡਾਰੇ ਭਰੇ ਹੋਏ ਹਨ। ਹੁਣ ਸਵਾਦ ਧਰਮ ਅਨੁਸਾਰ, ਆਮ ਲੋਕਾਂ ਦੇ ਵਿਚਾਰ ਅਨੁਸਾਰ ਤਾਂ ਬੇਇਨਸਾਫੀ ਹੈ ਜੀ। ਕੋਈ ਗਰੀਬ ਹੈ ਜੀ, ਕੋਈ ਅਮੀਰ ਹੈ, ਇਹ ਸਿਸਟਮ ਠੀਕ ਨਹੀਂ ਹੈ ਜੀ, ਇਹ ਸਰਕਾਰ ਨਲਾਇਕ ਹੈ ਜੀ, ਇਹ ਫਲਾਣਾ ਹੈ ਜੀ, ਤਾਂ ਇਹ ਅਮੀਰੀ ਗਰੀਬੀ ਹੈ। ਅਮੀਰੀ ਗਰੀਬੀ ਸ਼ੁਰੂ ਤੋਂ ਹੀ, ਜਦੋਂ ਦਾ ਇਹ ਸੰਸਾਰ ਬਣਿਆ ਉਦੋਂ ਤੋਂ ਹੀ ਅਮੀਰੀ ਗਰੀਬੀ ਚੱਲੀ ਆ ਰਹੀ ਹੈ, ਚੱਲਦੀ ਰਹੇਗੀ। ਜਿਨ੍ਹਾਂ ਦੇਸ਼ਾਂ ਨੂੰ ਤੁਸੀਂ ਬਹੁਤ ਅਮੀਰ ਕਹਿੰਦੇ, ਅਮਰੀਕਾ ਵਰਗੇ, ਉੱਥੇ ਵੀ ਮੰਗਤੇ ਫਿਰਦੇ ਨੇ, ਉੱਥੇ ਮੰਗਤੇ ਨੇ, ਉੱਥੇ ਵੀ ਗਰੀਬ ਨੇ, ਇਹ ਵੀ ਉੱਥੇ ਗਰੀਬ ਨਹੀਂ ਹੈਗੇ। ਇਹ ਚੱਲੀ ਆ ਰਿਹਾ। ਇੱਕ ਵਾਰੀ ਸ਼ਿਵਜੀ ਪਾਰਵਤੀ ਜਾ ਰਹੇ ਨੇ ਆਕਾਸ਼ 'ਚ, ਇੱਕ ਬੜਾ ਗਰੀਬੜਾ ਜਿਹਾ ਬੰਦਾ ਦਿਸ ਰਿਹਾ। ਪਾਰਵਤੀ ਕਹਿੰਦੇ, ਸਵਾਮੀ ਜੀ ਆਹ ਦੇਖੋ ਕਿੰਨਾ ਗਰੀਬ ਹੈ, ਤੁਸੀਂ ਸਾਰਿਆਂ ਨੂੰ ਅਮੀਰ ਕਿਉਂ ਨਹੀਂ ਕਰ ਦਿੰਦੇ? ਵੀ ਤੁਹਾਡੇ ਹੀ ਬਸ, ਤੁਸੀਂ ਸਾਰਿਆਂ ਨੂੰ ਅਮੀਰ ਕਿਉਂ ਨਹੀਂ ਕਰ ਦਿੰਦੇ? ਕਹਿੰਦੇ ਪਾਰਵਤੀ, ਜੇ ਮੈਂ ਸਾਰਿਆਂ ਨੂੰ ਅਮੀਰ ਕਰਤਾ ਨਾ, ਸਭ ਤੋਂ ਪਹਿਲਾਂ ਤੇਰਾ ਨੌਕਰ ਹਟ ਜਾਏਗਾ, ਫਿਰ ਤੇਰਾ ਕੰਮ ਕੌਣ ਕਰੇਗਾ? ਅਮੀਰ ਨੂੰ ਕੀ ਲੋੜ ਹੈ ਕਹਿੰਦੇ ਕਿ ਨੌਕਰੀ ਕਰਨ ਦੀ ਜੀ, ਕਿ ਸਭ ਤੋਂ ਪਹਿਲਾਂ ਤੇਰਾ ਨੌਕਰ ਜਾਊਗਾ। ਵੀ ਮੈਂ ਤਾਂ ਅਮੀਰ ਹੋ ਗਿਆ, ਮੈਨੂੰ ਕੀ ਲੋੜ ਹੈ ਇਹਦੇ ਘਰ ਨੌਕਰੀ ਕਰਨ ਦੀ, ਫਿਰ ਤੂੰ ਕੀ ਕਰੇਂਗੀ, ਤੇਰਾ ਕੰਮ ਕੌਣ ਕਰੇਗਾ? ਕਹਿੰਦੇ ਅੱਛਾ ਜੀ, ਰਹਿਣ ਦਿਓ ਅਮੀਰੀ ਗਰੀਬੀ। ਜੇ ਸਾਰੇ ਹੀ ਅਮੀਰ, ਤੁਹਾਡੇ ਘਰ ਪੋਚਾ ਕੌਣ ਫੇਰੇਗਾ? ਤੂੰ ਵੀ ਰਾਣੀ, ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ? ਜੇ ਦੋਨੋਂ ਹੀ ਰਾਣੀਆਂ ਨੇ, ਪਾਣੀ ਕੌਣ ਭਰੇਗਾ? ਪਾਣੀ ਭਰਨ ਵਾਲੇ ਇੱਕ ਨੌਕਰਾਣੀ ਚਾਹੀਦੀ ਹੈ, ਤੇ ਨੌਕਰਾਣੀ ਉਹੀ ਹੋਏਗੀ ਜਿਹੜੀ ਗਰੀਬ ਹੋਏਗੀ, ਜੇ ਗਰੀਬ ਹੋਏਗੀ। ਸ਼ਿਵ ਜੀ ਕਹਿੰਦੇ ਸਭ ਤੋਂ ਪਹਿਲਾਂ ਤੇਰੇ ਨੌਕਰ ਨੇ ਭੱਜਣਾ, ਫਿਰ ਕੰਮ ਕਿਸ ਤੋਂ ਲਏਗੀ? ਕਹਿੰਦੇ ਫਿਰ ਤਾਂ ਰਹਿਣ ਦਿਆ ਮੇਰੀ ਗਰੀਬੀ। ਸੋ ਕਹਿਣ ਦੇ ਤਾਂ ਉਂਝ ਗੱਲ ਹੈ ਨਾ, ਕਹਿਣ ਦਾ ਭਾਵ ਹੈ ਇਹ ਸ਼ੁਰੂ ਤੋਂ ਹੀ ਹੈ। ਇੰਨੇ ਕਦੇ ਗਰੀਬ ਘੱਟ ਅਤੇ ਅਮੀਰ ਵੱਧ, ਕਦੇ ਅਮੀਰ ਵੱਧ ਅਤੇ ਗਰੀਬ ਵੀ ਥੋੜ੍ਹਾ ਕੁਛ ਵੱਧ ਹੋ ਜਾਂਦੇ ਨੇ ਜੇ ਹਾਲਾਤ ਅੱਛੇ ਹੋਣ। ਨਹੀਂ ਤਾਂ ਧਰਮ ਕਹਿੰਦਾ
ਇਹ ਤੁਹਾਡੇ ਕਰਮਾਂ ਕਾਰਨ ਗਰੀਬੀ ਹੈ, ਤੁਹਾਡੇ ਕਰਮਾਂ ਕਾਰਨ ਅਮੀਰੀ ਹੈ। ਹੁਣ ਜੇ ਜਿਨ੍ਹਾਂ ਪਿਛਲੇ ਜਨਮ ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਧੋਖਾਧੜੀ ਕੀਤੀ, ਉਹ ਅਗਲੇ ਜਿਹੜੇ ਗਰੀਬ ਹੋ ਜਾਂਦੇ ਨੇ, ਉਹ ਅਗਲੇ ਜਨਮ ਗਰੀਬ ਹੋ ਜਾਂਦੇ। ਜਿਹਨਾਂ ਕੋਈ ਪੁੰਨ ਦਾਨ ਕੀਤਾ, ਉਹ ਅਗਲੇ ਜਨਮ 'ਚ ਅਮੀਰ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਹੇ ਇਨਸਾਨ, ਤੈਨੂੰ ਉਹੀ ਮਿਲਣਾ ਜੋ ਤੂੰ ਦੂਜਿਆਂ ਨੂੰ ਦਿੱਤਾ ਹੈ। ਦੂਜਿਆਂ ਨੂੰ ਸੁੱਖ ਦਿੱਤਾ, ਤੈਨੂੰ ਸੁੱਖ ਮਿਲੇਗਾ। ਦੁੱਖ ਦਿੱਤਾ, ਦੁੱਖ ਮਿਲੇਗਾ। ਪੁੰਨਦਾਨ ਕੀਤਾ, ਅਮੀਰੀ ਮਿਲੇਗੀ। ਲੁੱਟਾਂ ਖੋਹਾਂ ਕੀਤੇ, ਗਰੀਬੀ ਮਿਲੇਗੀ। ਉਹੀ ਮਿਲਣਾ ਜੋ ਤੁਸੀਂ ਦਿੱਤਾ। ਜੋ ਤੁਸੀਂ ਦਿੱਤਾ ਉਹੀ ਤੁਸੀਂ ਲੈਣਾ। ਐ ਸੋ ਸ਼ੈਲ ਯੂ ਰੀਪ। ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਵੱਢੋਗੇ। ਇਹੀ ਕਾਰਨ ਹੈ ਕਿ ਸਕੇ ਭਰਾਵਾਂ ਦੇ ਵਿੱਚ ਅਮੀਰੀ ਗਰੀਬੀ ਦਾ ਫਰਕ ਹੁੰਦਾ। ਉਹੀ ਮਾਂ ਪਿਓ ਨੇ, ਉਹੀ ਘਰ-ਬਾਰ ਹੈ, ਪਰ ਕੋਈ ਅਮੀਰ ਹੈ, ਕੋਈ ਗਰੀਬ ਹੈ। ਕੋਈ ਪੜ੍ਹ ਗਿਆ, ਕੋਈ ਅਨਪੜ੍ਹ ਰਹਿ ਗਿਆ। ਬਾਪ ਨੇ ਸਾਰਿਆਂ ਨੂੰ ਪੜ੍ਹਨ ਲਾਇਆ, ਕੋਈ ਪੜ੍ਹ ਗਿਆ, ਕੋਈ ਅਨਪੜ੍ਹ ਰਹਿ ਗਿਆ। ਜਿਹੜਾ ਜ਼ਿਆਦਾ ਪੜ੍ਹ ਗਿਆ ਤਾਂ ਪਿੱਛੇ ਵੀ ਜ਼ਿਆਦਾ ਪੜ੍ਹਿਆ ਹੋਇਆ ਸੀ। ਤੁਸੀਂ ਕਹਿ ਕੇ ਦੇਖਿਆ ਨਾ, ਕਈ ਬੱਚੇ ਬੜੇ ਹੁਸ਼ਿਆਰ ਹੁੰਦੇ ਨੇ, ਉਹ ਪਿਛਲੇ ਜੇ ਕੋਈ MA ਸੀ, ਕੋਈ PhD ਸੀ, ਉਹ ਪਿੱਛੇ ਇੰਨੀ ਉਹਨਾਂ ਦੀ ਪੜ੍ਹਾਈ ਸੀ, ਇਸ ਲਈ ਇੱਥੇ ਉਹ ਨਾਲ ਦੀ ਨਾਲ ਹੀ ਸਮਝੀ ਕਦੇ ਪੂਰੀ ਜੰਮਦੀ ਹੁਸ਼ਿਆਰ। ਆ ਇੱਕ ਜਵਾਕੜੀ ਜੀ ਇੱਥੇ ਬੈਠੀ ਸੀ, ਵੱਡਿਆਂ ਵਾਂਗੂ ਪਾਠ ਕਰ ਰਹੀ ਸੀ, ਵੱਡਿਆਂ ਵਾਂਗੂ ਪਾਠ ਕਰ ਰਹੇ ਸੀ। ਉਹ ਪਿਛਲੇ ਜਨਮ 'ਚ ਪਾਠੀ ਹੋਣੀ ਹੈ, ਤਾਂ ਹੀ ਉਹਨੂੰ ਐਡੀ ਛੇਤੀ ਆ ਗਿਆ ਜੀ। ਹੁਣ ਸਾਡੇ ਨਾਲ ਹੀ ਸਭ ਕੁਛ ਆਉਂਦਾ, ਜੋ ਅਸੀਂ ਕਰ ਰਹੇ ਵੀ ਨਾਲ ਹੀ ਜਾਏਗਾ। ਭੋਗਣ ਲਈ ਤਿਆਰ ਰਹੋ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਜੋ ਅਸੀਂ ਕਰਮ ਕਰ ਰਹੇ ਹਾਂ, ਅਸੀਂ ਇਹ ਭੋਗਣੇ ਨੇ। ਬਹੁਤੇ ਰਲ ਕੇ ਕਰ ਰਹੇ, ਬਹੁਤੇ ਰਲ ਕੇ ਭੋਗਾਂਗੇ। ਕਈ ਵਾਰੀ ਕੀ ਹੁੰਦਾ ਬਈ ਹੜ੍ਹ ਆ ਗਏ, ਸੈਂਕੜੇ ਦੇ ਤਾਦਾਦ 'ਚ ਲੋਕ ਮਰ ਗਏ। ਕਈ ਵਾਰੀ ਹਵਾਈ ਜਹਾਜ਼ ਉੱਡਦਾ ਉਹਦਾ ਧਮਾਕਾ ਹੋ ਗਿਆ, 700-800 ਬੰਦਾ ਮਰ ਗਿਆ। ਕਈ ਵਾਰੀ ਸਮੁੰਦਰ 'ਚ ਕਿਸ਼ਤੀ ਜਾ ਰਹੀ ਸੀ, 300 ਬੰਦਾ ਲੈ ਸਾਰੇ ਦੇ ਸਾਰੇ ਡੁੱਬ ਗਏ। ਉਹਨਾਂ ਕਿਸੇ ਨਾ ਕਿਸੇ ਜਨਮ 'ਚ ਰਲ ਕੇ ਇਹੋ ਜਿਹਾ ਕੰਮ ਕੀਤਾ ਸੀ। ਕੁਦਰਤ ਨੇ ਸੈਂਕੜੇ ਸਾਲਾਂ ਬਾਅਦ ਉਹਨਾਂ ਨੂੰ ਇਕੱਠਿਆਂ ਕਰਤਾ। ਵਿਆਹ ਲਓ, ਹੁਣ ਤੁਹਾਨੂੰ ਡੋਬਦੇ ਹਾਂ। ਤੁਸੀਂ ਪਹਿਲਾਂ ਡੋਬਿਆ ਸੀ ਨਾ, ਹੁਣ ਤੁਹਾਨੂੰ ਡੋਬਦੇ ਹਾਂ। ਜੋ ਅਸੀਂ ਕੀਤਾ ਉਹੀ ਸਾਨੂੰ ਮਿਲਦਾ ਹੈ। ਰੋਈ ਜਾਓ, ਪਿੱਟੀ ਜਾਓ। ਰੋਣ ਪਿੱਟਣ ਨਾਲ ਕੁਛ ਨਹੀਂ ਬਣਨਾ। ਸੋ ਵੇ ਜੀਆ ਆਪਣਾ ਕੀਆ, ਗੁਰਬਾਣੀ ਕਹਿੰਦੇ। ਅਸੀਂ ਕਹਿੰਦੇ, ਇਕਸ ਬਾਝੋ ਦੂਜਾ ਕੋ ਨਹੀਂ, ਕਿਸ ਅੱਗੇ ਕਰੇ ਪੁਕਾਰਾ। ਇੱਕ ਨਿਰਤਨ ਸਦਾ ਭੌਂਕਦੇ, ਇੱਕ ਨਾ ਭਰੇ ਤੁਜਾਰਾ। ਵਿਨ ਨਾਮੈ ਹੋਰ ਧਨ ਨਾਹੀਂ, ਹੋਰ ਵਿਖਿਆ ਸਭ ਛਾਰਾ। ਨਾਮ ਤੋਂ ਬਿਨਾਂ ਹੋਰ ਕੋਈ ਧਨ ਹੀ ਨਹੀਂ ਹੈ। ਅਤੇ ਜਿਹੜੀ ਅਸੀਂ ਆ ਮਾਇਆ ਇਕੱਠੀ ਕੀਤੀ ਹੈ, ਸਭ ਛਾਰਾ। ਇਹ ਤਾਂ ਸਾਰੀ ਸੁਆਹ ਹੈ। ਜਿਹੜੀ ਮਾਇਆ ਮਨੁੱਖ ਇਕੱਠੀ ਕਰੇ ਤਾਂ ਸੁਆਹ ਦੀ ਨਿਆਈ ਹੈ। ਅਸਲ ਧਨ ਹੈ ਨਾਮ ਧਨ। ਨਾਨਕ ਆਪ ਕਰਾਏ ਕਰੇ ਆਪ, ਹੁਕਮ ਸਵਾਰਨ ਹਰ। ਪਰਮਾਤਮਾ ਆਪ ਹੀ ਕਰਨ ਵਾਲਾ ਹੈ, ਆਪ ਹੀ ਜੀਵਾਂ ਤੋਂ ਕਰਵਾਉਣ ਵਾਲਾ ਹੈ। ਅਤੇ ਜਿਹਨੂੰ ਸਵਾਰਨਾ ਆਪਣੇ ਹੁਕਮ ਨਾਲ, ਉਹਨੂੰ ਸਵਾਰ ਦਿੰਦਾ ਹੈ। ਕਿਸੇ ਦੇ ਜੀਵਨ ਨੂੰ ਸਵਾਰਨਾ, ਪਰਮਾਤਮਾ ਦੇ ਜੀਵਨ ਨੂੰ ਸਵਾਰ ਦਿੰਦਾ, ਕਿਉਂਕਿ ਉਹੀ ਕਰਨ ਵਾਲਾ ਹੈ, ਉਹੀ ਕਰਾਉਣ ਵਾਲਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।